ਕਾਂਗਰਸ ਦੇ ਆਗੂ ਜਿਹੜੇ ਰੌਲਾ ਪਾ ਰਹੇ ਨੇ, ਕੋਈ ਕਹਿੰਦਾ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਇੱਕ ਪਾਸੇ ਤੇ ਤੁਸੀਂ ਖੁਸ਼ੀ ਮਨਾ ਰਹੇ ਹੋ ਕਿ ਮਨੀਸ਼ ਸਿਸੋਦੀਆ ਤੇ ਸੀਬੀਆਈ ਨੇ ਜਾਂ ਹੋਰ ਆਗੂਆਂ ਤੇ ਜਿਹੜੇ ਸੀ ਐਨਫੋਰਸਮੈਂਟ ਡਾਇਰੈਕਟਰ ਨੇ ਸ਼ਿਕੰਜਾ ਕੱਸਿਆ ਹੋਇਆ, ਤੇ ਹੁਣ ਵੀ ਤੇ ਇਹ ਵੀ ਉਸੇ ਤਰ੍ਹਾਂ ਦੀ ਸਰਕਾਰੀ ਏਜੰਸੀ ਹੈ, ਪੰਜਾਬ ਲੈਵਲ ਦੀ ਹੈ। ਉਹਨਾਂ ਨੇ ਕੰਮ ਹੀ ਇਹੋ ਕੀਤਾ ਕਿ ਏਜੰਸੀਆਂ ਦੇ ਜ਼ਰੀਏ ਡਰਾਓ, ਧਮਕਾਓ ਤੇ ਫਿਰ ਅੰਦਰ ਸੁੱਟੋ। ਸਿਕੰਦਰ ਸਿੰਘ ਮਲੂਕਾ ਦੀ ਜੇ ਗੱਲ ਮੰਨੀਏ, ਜੋ ਬਹੁਤ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਨੇ ਉਹਨਾਂ ਵਿੱਚੋਂ ਇੱਕ ਨੇ, ਉਹ ਤੇ ਗੱਲ ਸਾਫ਼ ਕਹਿ ਰਹੇ ਨੇ ਕਿ ਅਸੀਂ ਸਾਡਾ ਸੁਖਬੀਰ ਸਿੰਘ ਬਾਦਲ ਸੀ। ਵਿਰਸੰਘ ਸਿੰਘ ਬਟੋਆ ਵੀ ਇਹੋ ਕਹਿੰਦੇ ਨੇ ਸੁਖਬੀਰ ਬਾਦਲ ਸੀ, ਹੈ ਤੇ ਰਹੇਗਾ, ਹੋਰ ਕੋਈ ਪ੍ਰਧਾਨ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਦੇ ਕੱਦ ਦਾ ਆਗੂ ਸਾਡੇ ਕੋਲ ਅਕਾਲੀ ਦਲ ਦੇ ਵਿੱਚ ਕੋਈ ਮੌਜੂਦ ਨਹੀਂ। ਕਿ ਹੋਰਨਾਂ ਆਗੂਆਂ ਦੇ ਕਾਡਰ, ਉਹਨਾਂ ਦੀਆਂ ਰੀਝਾਂ, ਜੋ ਖਾਸ ਵਰਕਰ ਹੁੰਦੇ ਸਨ ਅਕਾਲੀ ਦਲ ਦੇ, ਜੋ ਜਿੰਦ ਜਾਨ ਹੁੰਦੇ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੌਲੀ ਹੌਲੀ। ਅਦਾਲਤ ਨੇ ਇਹ ਕਿਹਾ ਕਿ ਜਿਹੜੀ ਇਹ ਜਨਤਕ ਕੀਤੀ ਗਈ ਜਾਣਕਾਰੀ ਕਿ ਕਿਹਦੀ ਸੁਰੱਖਿਆ ਘਟਾਈ ਗਈ, ਕਿੰਨੀ ਘਟਾਈ ਗਈ, ਉਹ ਨਹੀਂ ਹੋਣੀ ਚਾਹੀਦੀ। ਇਸ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਔਰ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਸਾਨੂੰ ਸਾਰਿਆਂ ਨੂੰ ਪਤਾ। ਔਰ ਉਸ ਤੋਂ ਵੱਡੀ ਘਟਨਾ ਕੀ ਹੋ ਸਕਦੀ ਸੀ? ਲਾਰੈਂਸ ਬਿਸ਼ਨੋਈ ਜਿਹੜਾ ਸੀ, ਉਸ ਨੂੰ ਮੇਨ ਕਲਪ੍ਰਿਟ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਹੁਣ ਅਸਲੀ ਪਿੱਛੇ ਕੌਣ ਹੈ, ਜਾਂ ਤੇ ਸਰਦਾਰ ਬਲਕੌਰ ਸਿੰਘ ਨੂੰ ਆਈਡੀਆ ਹੋਵੇਗਾ ਕਿ ਪਿੱਛੇ ਕੌਣ ਹੈ ਤੇ ਤੁਸੀਂ ਨਾਮ ਲੈ ਦਿਓ, ਤੇ ਫਿਰ ਸਰਕਾਰਾਂ ਦੀ ਕਾਰਵਾਈ ਹੋਵੇਗੀ ਕਿ ਕਿਸ ਨੂੰ ਕਿੱਥੋਂ ਐਕਸਟ੍ਰਾਡਾਈਟ ਕਰਨਾ ਹੈ, ਕੋਈ ਗ੍ਰਿਫਤਾਰ ਹੈ ਵੀ ਕਿ ਨਹੀਂ ਹੈ। सत श्री अकाल, तुसीं देख रहे हो पंजाबी नैशनल टीवी ते प्रोग्राम है विचार चर्चा। रोज़ की तरह गल करांगे पंजाब के कुछ पक्के हुए मुद्दों ते पक्कियां खबरों ते कुछ अहम खबरों ते प्रोग्राम च अज मेरा साथ देंगे साडे एक्सपर्ट कुलदीप सिंह हेर जी। सत श्री अकाल कुलदीप जी, स्वागत करते हैं जी प्रोग्राम। सत श्री अकाल सुबलीन, सारे दर्शकों ਨੂੰ ਵੀ ਸਤਿ ਸ਼੍ਰੀ ਅਕਾਲ। पंजाब की राजनीति तो शुरू करते हैं। पंजाब कांग्रेस की गल सब तो पहला करांगे क्योंकि चर्चावां उन्हां दीयां बहुत ने। 2 मंत्री अंदर ताड़ते ने, एक जमानत ते बाहर है ते 4-5 दे नां जिहड़े ने ओह पोटियां ते ने। कहंदे असीं सच्चे हाँ, साडे नाल सियासी बदलाखोरी कीती जा रही है। जे इन्ने सच्चे ने ते फिर घबराए क्यों ने? ਇਹਦੇ ਵਿੱਚ ਤੁਸੀਂ ਜਿਹੜੀ ਤੁਸੀਂ ਸੂਚੀ ਗਣਾਈ ਹੈ ਹੁਣ ਤੱਕ, ਜਿਹੜੇ ਨਾਮ ਦੱਸੇ ਨੇ, ਇਹਨਾਂ ਵਿੱਚੋਂ ਅੰਦਰ ਨੇ ਕਈਆਂ ਤੇ ਸ਼ਿਕੰਜਾ ਕੱਸੇ ਜਾਣ ਦੀ ਤਿਆਰੀ ਚੱਲ ਰਹੀ ਹੈ। ਜੋਗਿੰਦਰਪਾਲ ਭੁਆ ਦਾ ਨਾਮ ਵੀ ਹੈ ਇਸ ਦੇ ਵਿੱਚ। ਉਹਨਾਂ ਦੇ ਬਾਰੇ ਦੇਖੋ, ਹੁਣ ਮੈਂ ਇਕੱਲੇ ਦੀ ਅਸੀਂ ਗੱਲ ਕਰਨ ਲੱਗੀਏ ਤਾਂ ਸਮਾਂ ਬੜਾ ਲੱਗ ਜਾਣਾ, ਤੇ ਫਿਰ ਸਾਰਾ ਕੁਝ ਯਾਦ ਕਰਾਉਣਾ ਪੈਣਾ ਹੈ ਸਾਡੇ ਵੇਖਣ ਵਾਲਿਆਂ ਨੂੰ ਕਿ ਕਿਸ ਤਰ੍ਹਾਂ ਤੇ ਕੀ ਹੁੰਦਾ ਰਿਹਾ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ। ਕਲੀਨ ਚਿੱਟ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਪਾਰਟੀ ਜੇਬਾਂ ਵਿੱਚ ਪਾਈ ਘੁੰਮਦੇ ਸੀ, ਜਿਹੜੇ ਵੱਡੇ ਅਹੁਦੇਦਾਰ ਸੀ, ਕਿ ਪਤਾ ਨਹੀਂ ਕਿਹੜੇ ਵੇਲੇ ਕਿਸ ਨੂੰ ਕਿੱਥੇ ਫੜਾਉਣੀ ਪੈ ਜਾਣੀ ਹੈ। ਫੜਾਈਆਂ ਵੀ ਉਹਨਾਂ ਨੇ। ਵਜੀਫਾ ਘੁਟਾਲੇ ਦੀ ਗੱਲ ਹੈ, ਉਹ ਵੀ ਕਲੀਨ ਚਿੱਟ ਦੇ ਦਿੱਤੀ ਗਈ। ਬੜੇ ਇਸ ਤਰ੍ਹਾਂ ਦੇ ਮਸਲੇ ਉੱਠੇ, ਸਭ ਕੁਝ ਦੱਬ ਦਿੱਤਾ ਗਿਆ। ਹੁਣ ਭਰਤ ਭੂਸ਼ਣ ਆਸ਼ੂ ਤੇ ਓਬਵੀਅਸ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਕਿਸੇ ਨਾ ਕਿਸੇ ਦਿਨ ਹੋ ਜਾਣੀ। ਉਹਨਾਂ ਦੇ ਨੇੜਲੇ ਸਾਥੀਆਂ ਤੇ ਤਾਂ ਪਹਿਲਾਂ ਹੀ ਜਿਹੜਾ ਪੁਲਿਸ ਨੇ ਸ਼ਿਕੰਜਾ ਕੱਸਿਆ ਹੋਇਆ ਜੀ। ਹੁਣ ਇਹ ਉਸਦਾ ਰਵਨੀਤ ਬਿੱਟੂ ਨੇ ਉਹਨਾਂ ਨਾਲ ਜਾਤੀ ਨੇੜਤਾ ਹੈ ਉਹਨਾਂ ਦੀ, ਜਾਂ ਕੋਈ ਹੋਰ ਗੱਲ ਹੈ, ਉਹ ਇੱਕ ਹੋਰ ਉਹ ਗੱਲ ਹੀ ਵੱਖਰੀ ਹੁੰਦੀ ਹੈ। ਉਹਨੂੰ ਅਸੀਂ ਇਸ ਤਰ੍ਹਾਂ ਜੋੜ ਕੇ ਨਹੀਂ ਵੇਖ ਸਕਦੇ। ਦੇਖੋ, ਵਾਲ ਕਟਵਾ ਰਹੇ ਸੀ, ਝੋਰਾ ਵਾਂਗ ਫੜ ਲਿਆ, ਕਿਸੇ ਨੇ ਵਰਦੀ ਨਹੀਂ ਸੀ ਪਾਈ, ਕਿਸੇ ਕੋਲ ਆਈਡੀ ਨਹੀਂ ਸੀ, ਕਿਸੇ ਕੋਲ ਗ੍ਰਿਫਤਾਰੀ ਦੇ ਵਾਰੰਟ ਨਹੀਂ ਸੀ, ਤੇ ਫਿਰ ਤੁਸੀਂ ਭਾਈ ਰੋਕ ਲੈਂਦੇ। ਹੁਣ ਤੁਸੀਂ ਕਹਿ ਰਹੇ ਹੋ ਕਿ ਚਲੋ ਅਸੀਂ ਉਹਨਾਂ ਦੀ ਪੇਸ਼ੀ ਕਰਵਾ ਦਿੱਤੀ ਹੈ ਤੇ ਉਹਨਾਂ ਨੂੰ ਉਹ ਰਿਮਾਂਡ ਜੋ ਵੀ ਹੋਵੇਗਾ, ਕਾਨੂੰਨ ਦਾ ਅੱਗੇ ਜਿਹੜਾ ਆਪਣਾ ਕੰਮ ਹੈ, ਹੁਣ ਉਹ ਕਾਨੂੰਨ ਕਰ ਲਵੇ। ਹੁਣ ਉਹਦੀ ਗੱਲ ਆ ਗਈ। ਦੇਖੋ, ਪੰਜਾਬ ਕਾਂਗਰਸ ਦੀ ਮੈਂ ਖਾਸ ਤੌਰ ਤੇ ਗੱਲ ਕਰਾਂ, ਪੰਜਾਬ ਇੱਕ ਅਜਿਹਾ ਸੂਬਾ ਸੀ ਜਿੱਥੇ ਇੱਕ ਥਾਪੜ ਕੇ ਕਾਂਗਰਸ ਵਾਲੇ ਕਹਿੰਦੇ ਸੀ ਕਿ ਸਾਡੇ ਕੋਲ ਭਾਵੇਂ ਛੋਟਾ ਹੀ ਸੂਬਾ ਆ, ਬਹੁਤ ਸਾਰੇ ਭਾਰਤ ਦੇ ਸਟੇਟਾਂ ਨਾਲੋਂ ਪੰਜਾਬ ਦਾ ਸਾਈਜ਼ ਕੋਈ ਉਹ ਇੰਨਾ ਨਹੀਂ ਹੈ, ਪਰ ਫਿਰ ਵੀ ਅਹਿਮੀਅਤ ਬਹੁਤ ਹੈ। ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਕਿਹੜੇ ਵੇਲੇ ਹੋਣੀ ਹੈ, ਇਹ ਬਹੁਤ ਅਹਿਮੀਅਤ ਇਹਦੀ ਹੁੰਦੀ ਹੈ। ਉਹਦਾ ਕਾਰਨ ਬਹੁਤ ਸਾਰੇ ਕਾਰਨ ਨੇ ਇਤਿਹਾਸ ਦੇ ਵਿੱਚ, ਸਾਰਿਆਂ ਨੂੰ ਪਤਾ ਹੈ। ਪਰ ਗੱਲ ਇਹ ਹੈ ਕਿ ਜਦੋਂ ਪੰਜਾਬ ਹੀ ਇਹਨਾਂ ਦੇ ਹੱਥੋਂ ਖੁੱਸ ਗਿਆ ਤੇ ਫਿਰ ਜ਼ਾਹਿਰਾ ਤੌਰ ਤੇ ਵਿਰੋਧੀ ਧਿਰ ਦਾ ਭਾਵੇਂ ਇੱਕ ਮੌਕੇ ਤੇ ਮਿਲ ਵੀ ਗਿਆ ਸਟੇਟਸ ਇਹਨਾਂ ਨੂੰ, ਪਰ ਫਿਰ ਵੀ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਨਾ ਕੁਝ ਹਾਂ। ਉਹਦੇ ਕਾਰਨ ਕਈ ਨੇ ਪੰਜਾਬ ਦੇ ਵਿੱਚ। ਇਹਨਾਂ ਬਹੁਤ ਸਾਰੇ ਆਗੂਆਂ ਵੱਲੋਂ ਰੌਲਾ ਪਾਉਣ ਦੇ ਜਿਹੜੇ ਕਾਰਨ ਨੇ, ਸੁਖਪਾਲ ਸਿੰਘ ਖਹਿਰਾ ਵੀ ਨੇ, ਰਵਨੀਤ ਬਿੱਟੂ ਵੀ ਨੇ, ਰਾਜਾ ਵੜਿੰਗ ਵੀ ਨੇ, ਹੋਰ ਵੀ ਬੋਲਣਗੇ। ਉਹਦਾ ਕਾਰਨ ਇਹ ਹੈ
ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗਾ ਇੱਕ ਵੱਡਾ ਥੰਮ ਜਿਹੜਾ ਸੀ ਉਹ ਇਹਨਾਂ ਦੇ ਸਿਰ ਤੇ ਬੈਠਾ ਹੋਇਆ ਸੀ, ਤੇ ਹੁਣ ਉਹ ਤੇ ਇੱਕ ਪਾਸੇ ਹੋ ਗਏ ਨੇ ਇਸ ਸੰਦਰਭ ਚੋਂ। ਤੇ ਫਿਰ ਚਰਨਜੀਤ ਸਿੰਘ ਚੰਨੀ ਆ ਗਏ, ਉਹ ਕੁਛ ਮਹੀਨੇ ਲਈ ਮੁੱਖ ਮੰਤਰੀ ਬਣੇ, ਉਸ ਤੋਂ ਬਾਅਦ ਲੱਭੇ ਨਹੀਂ, ਉਹ ਹਾਰ ਕੇ ਵੋਟਾਂ ਦੇ ਵਿੱਚੋਂ। ਤੇ ਫਿਰ ਨਾਮ ਜਿਹੜੇ ਨੇ ਨਾ ਬਰਾਬਰ ਜਿਹੜੇ ਨੇ ਕਈ ਨਾਮ ਆ ਖਲੋਤੇ ਨੇ। ਹੁਣ ਇਹਨਾਂ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਕਾਮਯਾਬ ਸਾਡੇ ਚੋਂ ਕਾਂਗਰਸ ਪ੍ਰਧਾਨ ਵਜੋਂ ਜਾਂ ਆਉਂਦੇ ਸਮੇਂ ਦੇ ਵਿੱਚ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦਾ ਫੇਸ ਜਿਹੜਾ ਹੈ ਉਹ ਮੈਂ ਤਦ ਹੀ ਹੋ ਸਕਦਾ ਜੇ ਮੈਂ ਵੱਧ ਤੋਂ ਵੱਧ ਰੌਲਾ ਪਾਉਣ ਦਾ ਯਤਨ ਕਰਾਂ। ਹੁਣ ਉਸੇ ਰੌਲੇ ਦੇ ਚੱਕਰ ਦੇ ਵਿੱਚ ਹੋਰ ਨਾ ਸਟੇਟਾਂ ਵਿੱਚ ਵੀ ਕਾਂਗਰਸੀ ਆਗੂ ਹੈਗੇ ਆ, ਪਰ ਇਸ ਲੈਵਲ ਦਾ ਰੌਲਾ ਉਹਨਾਂ ਵੱਲੋਂ ਉਦੋਂ ਵੀ ਨਹੀਂ ਦੇਖਿਆ ਗਿਆ। ਜੋ ਪੰਜਾਬ ਦਿਆਂ ਨੇ ਪਾਇਆ ਉਹਨਾਂ ਨੇ ਵੀ ਪਾਇਆ, ਪਰ ਪੰਜਾਬ ਦੇ ਸਭ ਤੋਂ ਮੋਹਰੇ ਹੋ ਕੇ ਪਾਣੀ ਦੀਆਂ ਬਿਸ਼ਾਰਾਂ ਖਾਧੀਆਂ ਜਦੋਂ ਰਾਹੁਲ ਗਾਂਧੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਪਿਆ। ਸੋਨੀਆ ਗਾਂਧੀ ਦੀ ਰੋਜ਼ ਪੇਸ਼ੀ ਹੁੰਦੀ ਸੀ, ਇਹ ਰੋਜ਼ ਜਾ ਕੇ ਉੱਥੇ ਜਿਹੜਾ ਸੀ ਆਖਦੇ ਸੀ ਕਿ ਦੇਖੋ ਇਹ ਸਾਡੇ ਆਗੂਆਂ ਨੂੰ ਫਸਾਉਣ ਦੀ ਹੋ ਰਹੀ ਹੈ। ਪਰ ਗੱਲ ਇਹ ਹੈ ਕਿ ਇਹ ਪੰਜਾਬ ਦੇ ਆਗੂ ਇੰਨਾ ਤਰਲੋ ਮੱਛੀ ਜਿਹੜਾ ਹੋ ਰਹੇ ਨੇ, ਥੋੜ੍ਹਾ ਜਿਹਾ ਉਹਨਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਹੁਣ ਇਸ ਮਾਮਲੇ 'ਚ ਮੈਂ ਗੱਲ ਕਰਦਾ ਕਿ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੇ ਵਿੱਚ ਜਿਹੜੇ ਖੁਲਾਸੇ ਸਾਹਮਣੇ ਹੋਏ ਨੇ ਹੁਣ ਤੱਕ, ਉਹਨਾਂ ਮੁਤਾਬਕ ਇਹ 2500 ਕਰੋੜ ਜਿਹੜਾ ਹੈ ਉਹਦਾ ਅੰਕੜਾ ਜਿਹੜਾ ਹੈ ਉਹ ਸਾਹਮਣੇ ਆਇਆ ਸੀ ਕਿ 2021-22 ਦੇ ਖਰੀਦ ਸੀਜ਼ਨ ਦੇ ਵਿੱਚ ਜਦੋਂ ਕਣਕ, ਝੋਨਾ ਤੇ ਹੋਰ ਫਸਲਾਂ ਦੀ ਪ੍ਰੋਕਿਉਰਮੈਂਟ ਗੌਰਮੈਂਟ ਕਰਦੀ ਹੈ, ਉਹ ਮੰਡੀਆਂ ਦੇ ਵਿੱਚੋਂ ਨਿਕਲ ਕੇ ਮਾਲ ਗੋਦਾਮਾਂ ਦੇ ਵਿੱਚ ਜਾਣਾ ਹੁੰਦਾ ਹੈ, ਤੇ ਜਿਹੜੇ ਟਰੱਕਾਂ ਦੇ ਆਪਰੇਟਰਾਂ ਦੇ ਜਾਂ ਟਰਾਂਸਪੋਰਟਰਾਂ ਦੇ ਜਿਹੜੇ ਟੈਂਡਰ ਵਗੈਰਾ ਹੁੰਦੇ ਨੇ, ਉਹ ਜਿਨ੍ਹਾਂ ਨੇ ਭਰੇ ਹੋਏ ਸੀ, ਜਿਨ੍ਹਾਂ ਦੇ ਕਾਗਜ਼ਾਤ ਪੂਰੇ ਸੀ, ਜਿਨ੍ਹਾਂ ਨੇ ਬੋਲੀ ਵੱਧ ਲਾਈ ਹੋਈ ਸੀ, ਉਹਨਾਂ ਨੂੰ ਛੱਡ ਕੇ ਤੇਲੂ ਰਾਮ ਨਾਂ ਦੇ ਇੱਕ ਵਿਅਕਤੀ ਨੂੰ ਜਿਹੜੇ ਸੀ ਉਹ ਦੇ ਦਿੱਤੇ ਗਏ, ਜਿਸ ਦੀ ਬਾਰੇ ਕੋਈ ਕਲੈਰਿਟੀ ਨਹੀਂ ਸੀ। ਔਰ ਉਹ ਜਿਹੜੇ ਨੰਬਰ ਵਗੈਰਾ ਵੀ ਆਪਣੀ ਗੱਡੀਆਂ ਦੇ ਦੇਣੇ ਹੁੰਦੇ ਕਿ ਸਾਡੇ ਕੋਲ ਆਹ ਰਜਿਸਟ੍ਰੇਸ਼ਨ ਵਾਲੀ ਆ, ਇੰਸ਼ੋਰੈਂਸ ਜੋ ਵੀ ਹੈ ਸਾਰੀ ਡਿਟੇਲ ਦੇਣੀ ਪੈਂਦੀ ਹੈ ਕਿ ਅਸੀਂ ਇਹਨਾਂ ਦੇ ਉੱਪਰ ਮਾਲ ਢੋ ਕੇ ਇਹਨਾਂ ਕੋਲ ਫਿਟਨੈਸ ਸਰਟੀਫਿਕੇਟ ਹੈ, ਸਾਰਾ ਕੁਛ ਹੈ, ਤਾਂ ਕਿ ਉਹਦਾ ਕੋਈ ਰਿਕਾਰਡ ਜਿਹੜਾ ਹੈ ਉਹ ਲੱਭ ਸਕੇ। ਪਰ ਨਹੀਂ, ਅਜਿਹਾ ਹੋਇਆ ਨਹੀਂ। ਉਹਦੇ ਵਿੱਚ ਖਬਰਾਂ ਨਿਕਲ ਕੇ ਇਹ ਸਾਹਮਣੇ ਆਈਆਂ ਕਿ ਉਹ ਨੰਬਰ ਬੋਗਸ ਸਨ, ਜੋ ਸਕੂਟਰਾਂ, ਮੋਟਰਸਾਈਕਲਾਂ ਤੇ ਹੋਰਨਾਂ ਵਹੀਕਲਾਂ ਦੇ ਨੰਬਰ ਸੀ, ਜਿਨ੍ਹਾਂ ਤੇ ਅਨਾਜ ਦੀ ਢੋਆ-ਢੁਆਈ ਹੋ ਹੀ ਨਹੀਂ ਸਕਦੀ। ਹੁਣ ਇਹ 2500 ਕਰੋੜ ਦਾ ਕੀ ਇਹੋ ਹੀ ਘਪਲਾ ਹੈ ਜਾਂ ਹੋਰ ਕੋਈ ਹੈ? ਇਸ ਗੱਲ ਤੇ ਭਾਰਤ ਭੂਸ਼ਣ ਆਸ਼ੂ ਭੱਜੇ ਤਾਂ ਫਿਰਦੇ ਰਹੇ ਕਿ ਮੈਂ ਭਾਈ ਮੈਨੂੰ ਗ੍ਰਿਫਤਾਰ ਤੁਸੀਂ ਫੜ ਕੇ ਵਿਖਾਓ। ਉਹਨਾਂ ਨੇ, ਸਰਕਾਰ ਨੇ ਵੀ ਹੁਣ ਉਹਨਾਂ ਨੇ ਚੈਲੰਜ ਕੀਤਾ ਹੋਇਆ ਕਿ ਜੇ ਤੁਸੀਂ ਕਹਿੰਦੇ ਸੀ ਫੜ ਕੇ ਵਿਖਾਓ ਤੇ ਹੁਣ ਕੀਤਾ ਵੀ ਹੈ, ਤੇ ਫਿਰ ਹੁਣ ਰੌਲਾ ਪਾਉਣ ਦੀ ਤੇ ਹੈ ਹੀ ਨਹੀਂ ਕੋਈ ਗੱਲ। ਹੁਣ ਗੱਲ ਇਹ ਹੈ, ਮੈਨੂੰ ਇਹ ਦੱਸੋ ਕਿ ਜਦੋਂ ਇਹ ਸਾਰੇ ਇਲਜ਼ਾਮ ਲੱਗ ਰਹੇ ਸੀ ਤੇ ਉਦੋਂ ਮੁਕੰਮਲ ਤੌਰ ਤੇ ਸਫਾਈ ਕਿਉਂ ਨਾ ਦਿੱਤੀ ਗਈ ਕਿ ਭਾਈ ਜਿਹੜੇ ਮੁੱਦਿਆਂ ਦੀ ਸਾਡੇ ਤੇ ਗੱਲ ਕਰ ਰਹੇ ਨੇ ਉਹਨਾਂ ਬਾਰੇ ਸਾਡੇ ਕੋਲ ਆ ਸਬੂਤ ਨੇ, ਅਸੀਂ ਟਰਾਂਸਪੇਰੈਂਸੀ ਨਾਲ ਕੰਮ ਕੀਤਾ ਹੋਇਆ। ਮਾਈਨਿੰਗ ਦੇ ਮੁੱਦੇ ਤੇ ਵੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਆਉਂਦਾ ਸੀ, ਪਰ ਉਹ ਇਸ ਡਿਪਾਰਟਮੈਂਟ ਦੇ ਮੰਤਰੀ ਸੀ। ਹੁਣ ਉਹ ਗ੍ਰਿਫਤਾਰੀ ਵਿੱਚ ਨੇ, ਰਿਮਾਂਡ ਵੀ ਉਹਨਾਂ ਦਾ ਮਿਲ ਗਿਆ, ਤੇ ਸਾਰੀਆਂ ਗੱਲਾਂ ਕਾਂਗਰਸ ਦੇ ਆਗੂ ਜਿਹੜੇ ਰੌਲਾ ਪਾ ਰਹੇ ਨੇ, ਕੋਈ ਕਹਿੰਦਾ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ, ਇੱਕ ਪਾਸੇ ਤੇ ਤੁਸੀਂ ਖੁਸ਼ੀ ਮਨਾ ਰਹੇ ਹੋ ਕਿ ਮਨੀਸ਼ ਸਿਸੋਦੀਆ ਤੇ CBI ਨੇ ਜਾਂ ਹੋਰ ਆਗੂਆਂ ਤੇ ਜਿਹੜੇ ਸੀ ਐਨਫੋਰਸਮੈਂਟ ਡਾਇਰੈਕਟਰ ਨੇ ਸ਼ਿਕੰਜਾ ਕੱਸਿਆ ਹੋਇਆ, ਤੇ ਹੁਣ ਵੀ ਇਹ ਵੀ ਉਸੇ ਤਰ੍ਹਾਂ ਦੀ ਸਰਕਾਰੀ ਏਜੰਸੀ ਹੈ, ਪੰਜਾਬ ਲੈਵਲ ਦੀ ਹੈ। ਇਹਨਾਂ ਨੂੰ CBI ਜਾਂ ED ਜਾਂ ਵਿਜੀਲੈਂਸ ਜਾਂ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਡਿਪਾਰਟਮੈਂਟ ਹੁੰਦੇ ਨੇ, ਉਹਨਾਂ ਨੂੰ ਅਸੀਂ ਇੱਕ ਲਾਈਨ ਦੇ ਵਿੱਚ ਇੱਕ ਲਫ਼ਜ਼ ਦੇ ਵਿੱਚ ਲਿਖਣਾ ਹੋਵੇ ਤੇ ਇਹਨਾਂ ਨੂੰ ਆਖਿਆ ਜਾਂਦਾ ਲਾ ਐਨਫੋਰਸਮੈਂਟ ਏਜੰਸੀਜ਼, ਭਾਵ ਕਿ ਜਿਨ੍ਹਾਂ ਨੇ ਕਾਨੂੰਨ ਜਿਹੜਾ ਹੈ ਲੋਕਾਂ ਤੇ ਲਾਗੂ ਕਰਵਾਉਣਾ ਹੁੰਦਾ ਹੈ, ਤੇ ਕਾਨੂੰਨ ਦੇ ਰਾਖੇ ਬਣਨ ਦੀਆਂ ਇਹਨਾਂ ਏਜੰਸੀਆਂ ਦੇ ਕੋਲ ਤਾਕਤ ਹੁੰਦੀ ਹੈ, ਤੇ ਉਸ ਹਿਸਾਬ ਨਾਲ ਲੋਕਾਂ ਨੂੰ ਇਹ ਗੱਲ ਕਰਦੇ ਨੇ, ਉਹਨਾਂ ਨਾਲ ਵਿਚਰਦੇ ਨੇ, ਉਹਨਾਂ ਤੇ ਕੇਸ ਪਾਉਂਦੇ ਨੇ, ਉਹਨਾਂ ਦੀ ਜਾਂਚ ਕਰਦੇ ਨੇ। ਇਹ ਆਮ ਤੌਰ ਤੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਆਜ਼ਾਦ ਏਜੰਸੀਆਂ ਹੋਣੀਆਂ ਚਾਹੀਦੀਆਂ ਨੇ, ਪਰ ਹੌਲੀ ਹੌਲੀ ਇਹ ਸਿਸਟਮ, ਜੇ ਅੱਜ ਅਸੀਂ ਕਹਿ ਲਈਏ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਕਰ ਰਹੀ ਹੈ, ਕੇਂਦਰ ਵਿੱਚ ਮੋਦੀ ਸਰਕਾਰ ਨੇ ਇਸ ਤਰ੍ਹਾਂ ਕੀਤਾ, ਇਹ ਏਜੰਸੀਆਂ ਨੂੰ ਆਪਣੇ ਕਾਬੂ ਦੇ ਵਿੱਚ, ਸਰਕਾਰਾਂ ਦੇ ਕਾਬੂ ਦੇ ਵਿੱਚ ਕਿਵੇਂ ਲੈ ਲਿਆ ਗਿਆ? ਇਸ ਗੱਲ ਦਾ ਜਵਾਬ ਕਿਸੇ ਕੋਲ ਹੈ? ਉਹ ਇਹੋ ਹੀ ਹੈ ਕਿ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਰਾਜ ਕੀਤਾ ਹੈ, ਉਹਨਾਂ ਨੇ ਕੰਮ ਹੀ ਇਹੋ ਕੀਤਾ ਕਿ ਏਜੰਸੀਆਂ ਦੇ ਜ਼ਰੀਏ ਡਰਾਓ, ਧਮਕਾਓ ਤੇ ਫਿਰ ਅੰਦਰ ਸੁੱਟੋ, ਤੇ ਫਿਰ ਤੁਸੀਂ ਆਪਣੇ ਜਿਹੜੇ ਵੀ ਕੰਮ ਕਰਵਾਉਣੇ ਹੁੰਦੇ ਨੇ ਉਹ ਤੁਸੀਂ ਕਰਵਾ ਸਕਦੇ ਹੋ। ਹੁਣ ਸਰਕਾਰਾਂ ਇਹਨਾਂ ਏਜੰਸੀਆਂ ਨੂੰ ਕਿਵੇਂ ਚਲਾਉਂਦੀਆਂ ਨੇ, ਇਹ ਸਰਕਾਰਾਂ ਨੇ ਦੇਖਣਾ। ਪਰ ਵਿਰੋਧੀ ਧਿਰ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਪੈਰ ਜਿਹੜੇ ਨੇ ਉਹ ਇੱਕ ਕਿਸਮ ਦੇ ਉਖੜੇ ਹੋਏ ਨੇ। ਹੁਣ ਜੇ ਤਾਂ ਤੁਸੀਂ ਸਿਸੋਦੀਆ ਤੇ ਰੇਡ ਪੈਣ ਦੀ ਖੁਸ਼ੀ ਮਨਾ ਰਹੇ ਹੋ ਤੇ ਉਹਨਾਂ ਤੇ ਵੱਡੇ ਵੱਡੇ ਇਲਜ਼ਾਮ ਲਾ ਰਹੇ ਹੋ, ਫਿਰ ਉਸੇ ਹੀ ਕਿਸਮ ਦੀ ਜਿਹੜੀ ਜਿਹੜੀ ਰੇਡ ਹੈ ਜਾਂ ਵਿਜੀਲੈਂਸ ਦੀ ਕਾਰਵਾਈ ਹੈ, ਇਸ ਨੂੰ ਤੁਸੀਂ ਕਹਿ ਸਕਦੇ ਹੋ। ਹੁਣ ਇਸ
ਜੇ ਅਸੀਂ ਇਹ ਦਸੀਏ, ਜੇ ਇਹ ਰਾਜਾ ਵੜਿੰਗ ਕਹਿੰਦੇ ਨੇ ਕਿ ਕੋਈ ਘਪਲਾ ਨਹੀਂ ਹੋਇਆ, ਕੋਈ ਸਬੂਤ ਨਹੀਂ ਹੈ, ਬਿਆਨਾਂ ਦੇ ਆਧਾਰ ਤੇ ਗ੍ਰਿਫਤਾਰੀ ਕਰ ਲਈ ਹੈ। ਮੈਂ ਇਹ ਪੁੱਛਣਾ ਚਾਹੁੰਦਾ ਮਾਨਯੋਗ ਸਾਡੇ ਸਾਬਕਾ ਜਿਹੜੇ ਆਗੂ ਨੇ, ਮੰਤਰੀ ਸਾਹਿਬ ਨੇ, ਉਹਨਾਂ ਨੂੰ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ, ਤੇ ਤੁਸੀਂ ਇਹ ਤਾਂ ਮੰਨਦੇ ਹੋ ਨਾ ਕਿ ਘਪਲੇ ਹੋਏ ਨੇ, ਘਪਲੇ ਬਹੁਤ ਵੱਡੇ ਪੱਧਰ ਤੇ ਹੋਏ ਨੇ, ਬਹੁਤੇ ਡਿਪਾਰਟਮੈਂਟ ਵਿੱਚ ਹੋਏ ਨੇ। ਕੇਬਲ ਟਰਾਂਸਪੋਰਟ ਜਦੋਂ ਤੁਸੀਂ ਭੱਜੇ ਫਿਰਦੇ ਸੋ ਬੱਸਾਂ ਫੰਡ ਵਾਸਤੇ, ਉਹ ਕਿਉਂ ਭੱਜੇ ਫਿਰਦੇ ਸੀ? ਕਿ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਕੋਈ ਕੰਮ ਨਹੀਂ ਸੀ ਕੀਤਾ ਹੋਇਆ? ਮਾਈਨਿੰਗ ਮੰਤਰੀ ਨੇ ਕੋਈ ਕੰਮ ਨਹੀਂ ਸੀ ਕੀਤਾ ਹੋਇਆ? ਕਿਉਂ ਅਸਤੀਫੇ ਦੇਣੇ ਜਿਹੜੇ ਪਏ ਸੀ, ਤੇ ਕਿਉਂ ਜਿਹੜੇ ਸੀ ਤੁਸੀਂ ਕੁਝ ਉਹੋ ਜਿਹੇ ਦਾਗੀ ਮੰਤਰੀਆਂ ਨੂੰ ਦੁਬਾਰਾ ਵਜ਼ਾਰਤ ਵਿੱਚ ਨਹੀਂ ਲਿਆ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਹੈ? ਅਜਿਹਾ ਕਿਉਂ ਹੋਇਆ? ਇਹ ਸਾਰੀਆਂ ਗੱਲਾਂ ਉਹਨਾਂ ਨੂੰ ਪੁੱਛਣੀਆਂ ਬਣਦੀਆਂ ਨੇ। ਪਰ ਮੇਰਾ ਇਹ ਮੰਨਣਾ ਹੈ ਕਿ ਸਰਕਾਰ ਦੇ ਇਹ ਸਾਬਕਾ ਨੁਮਾਇੰਦੇ ਜਿਹੜੇ ਇਸ ਵੇਲੇ ਵਿਰੋਧੀ ਧਿਰ ਵਿੱਚ ਬੈਠੇ ਹੋਏ ਨੇ, ਇਹਨਾਂ ਨੂੰ ਗੱਲ ਪੁੱਛਣੀ ਬਣਦੀ ਹੈ ਕਿ ਭਾਈ ਤੁਸੀਂ ਇਹ ਦੱਸੋ ਕਿ ਘਪਲੇ ਹੋਏ ਕਿ ਨਹੀਂ ਹੋਏ, ਫਿਰ ਤੁਸੀਂ ਉਹਨਾਂ ਤੇ ਕਿਹੜੇ ਕਿਹੜੇ ਤੇ ਕਾਰਵਾਈ ਕੀਤੀ ਤੇ ਕੀ ਕਾਰਵਾਈ ਕੀਤੀ ਹੈ, ਤੇ ਜੇ ਅੱਜ ਕਾਰਵਾਈ ਹੋਈ ਤੇ ਹੋ ਲੈਣ ਦਿਓ। ਖੈਰ, ਉਹਨਾਂ ਨੇ ਸਿਰਫ ਵਿਰੋਧੀ ਧਿਰ ਹੋਣ ਦੇ ਨਾਤੇ ਅਜੇ ਬੋਲਣਾ। ਕਾਰਵਾਈ ਹੋ ਰਹੀ ਹੈ, ਔਰ ਜਿਹੜੇ ਤੁਸੀਂ ਨਾਮ ਲਏ ਨੇ ਉਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਤੇ ਅੰਸਾਰੀ ਨੂੰ ਜਿਹੜਾ ਉਸ ਤੇ ਲੱਖਾਂ ਰੁਪਏ ਖਰਚਣ ਦਾ ਜਿਹੜਾ ਇੱਕ ਇਲਜ਼ਾਮ ਹੈ, ਉਹਨਾਂ ਨੇ ਕਿਹਾ ਮੈਂ ਇੱਥੇ ਹੀ ਹਾਂ, ਮੈਂ ਭੱਜਦਾ ਨਹੀਂ। ਖੈਰ, ਉਹਨਾਂ ਬਾਰੇ ਅਜੇ ਕੋਈ ਖਾਸ ਗੱਲ ਨਹੀਂ ਹੈ, ਪਰ ਜਾਂਚ ਉਸਦੀ ਵੀ ਹੋ ਰਹੀ ਹੈ। ਤ੍ਰਿਪਤ ਬਾਜਵਾ ਦੇ ਉੱਪਰ ਕੇਸ ਪਿਆ ਹੋਇਆ, OP ਸੋਨੀ ਦਾ ਨਾਮ ਵੀ ਸ਼ਾਮਲ ਹੈ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਇੱਕ ਘੇਰੇ ਦੇ ਵਿੱਚ ਆ ਰਿਹਾ ਹੈ ਇੱਕ ਜਗ੍ਹਾ ਤੇ, ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਦਾ ਗ੍ਰਾਂਟ ਵੰਡ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਨਾਮ ਹੈ। ਜਾਂ ਤਾਂ ਇਹ ਮੌਜੂਦਾ ਸਰਕਾਰ ਨੇ ਇੱਕ ਡਰਾਵੇ ਦੇ ਤੌਰ ਤੇ ਸਾਰਿਆਂ ਨੂੰ ਰੱਖਿਆ ਹੋਇਆ, ਪਰ ਇਹ ਜਦੋਂ ਹੁਣ ਰਵਨੀਤ ਬਿੱਟੂ ਜਿਹੜੇ ਨੇ ਇੰਨੇ ਜ਼ਿਆਦਾ ਭੜਕੇ ਨੇ, ਮੈਂ ਸਮਝਦਾ ਉਹਨਾਂ ਦਾ ਭੜਕਣਾ ਜਾਇਜ਼ ਨਹੀਂ। ਖਾਸ ਤੌਰ ਤੇ ਜਦੋਂ ਉਹਨਾਂ ਨੂੰ ਪਤਾ ਸੀ ਕਿ ਕਾਰਵਾਈ ਹੋ ਸਕਦੀ, ਤੇ ਫਿਰ ਵਰਦੀ ਨਹੀਂ ਪਾਈ, ਉਹਨਾਂ ਕੋਲ ਵਾਰੰਟ ਨਹੀਂ ਸੀ, ID ਨਹੀਂ ਸੀ। ਇਹ ਤੇ ਗੱਲਾਂ ਬਹੁਤ ਛੋਟੀਆਂ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਸੱਤਾ 'ਚ ਸੀ ਉਦੋਂ ਇੱਕ ਦੂਜੇ ਨਾਲ ਲੜਦੇ ਸੀ, ਹੁਣ ਸੱਤਾ ਤੋਂ ਬਾਹਰ ਚਲੇ ਗਏ ਨੇ ਤੇ ਇੱਕ ਦੂਜੇ ਲਈ ਲੜ ਰਹੇ ਨੇ। ਖੈਰ, ਅਸੀਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ, ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕਾਂਗਰਸ ਤੋਂ ਬਾਅਦ ਗੱਲ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਕੁਰਸੀਓਂ ਲੈਂਦਾ ਸੁਖਬੀਰ ਸਿੰਘ ਬਾਦਲ ਫੇਰ ਸਵਾਰਾ ਹੋ ਕੇ ਬਹਿ ਗਿਆ। ਸਾਲਾ ਸਾਹਿਬ ਬਾਹਰ ਆ ਗਿਆ ਆ, ਹੌਸਲਾ ਵੀ ਆ, ਪਰ ਬਗਾਵਤੀ ਬੀਨਾਂ ਜਿਹੜੀਆਂ ਨੇ ਉਹ ਲਗਾਤਾਰ ਵੱਜ ਰਹੀਆਂ ਨੇ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਕੁਰਸੀਓਂ ਲੈਂਦਾ ਆ ਤੇ ਗਰੀਬੜੇ ਜੇ ਸੁਖਬੀਰ ਸਿੰਘ ਬਾਦਲ ਦਾ ਤੋੜ ਕੀ ਹੈ ਸ਼੍ਰੋਮਣੀ ਅਕਾਲੀ ਦਲ ਕੋਲ? ਗਰੀਬੜੇ ਜੇ ਸੁਖਬੀਰ ਬਾਦਲ ਜਿਹੜੇ ਨੇ, ਤੁਸੀਂ ਮੈਨੂੰ ਲੱਗਦਾ ਇਸ ਕਰਕੇ ਆਖ ਦਿੱਤਾ ਹੈ ਕਿ ਉਹਨਾਂ ਦਾ ਇੱਕ ਜੋ ਉਹਨਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਦਾ ਇੱਕ ਜਿਹੜਾ ਇੱਕ ਸਟੇਟਸ ਦਿਖਾਉਣਾ ਹੁੰਦਾ ਹੈ ਕਿ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ। ਪਾਰਟੀਆਂ ਨੂੰ ਮੈਂ ਉਹ ਦੇਖ ਲਈ ਜੀ ਰਿਟਰਨ ਭਰੀ ਹੈ। ਪਾਰਟੀਆਂ ਨੂੰ ਚੰਦਾ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਦਿੱਤਾ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ, ਵੱਡੇ ਮੁਲਕਾਂ ਦੇ ਵਿੱਚ, ਉੱਥੇ ਜਦੋਂ ਪਾਰਟੀਆਂ ਨੂੰ ਇਸ ਤਰ੍ਹਾਂ ਫੰਡਸ ਆਉਂਦੇ ਨੇ ਤੇ ਉਸ ਤੋਂ ਕਈ ਵਾਰ ਕਾਰਪੋਰੇਟ ਅਦਾਰੇ ਵੱਡੇ ਵੱਡੇ ਫੰਡ ਜਿਹੜੇ ਨੇ ਆਪਣੀਆਂ ਚਹੇਤੀਆਂ ਪਾਰਟੀਆਂ ਨੂੰ ਦਿੰਦੇ ਨੇ। ਖੈਰ, ਮੈਨੂੰ ਸਿਸਟਮ ਕਦੇ ਸਮਝ ਨਹੀਂ ਆਇਆ ਕਿ ਉਹਨਾਂ ਨੂੰ ਇੰਨੇ ਵੱਡੇ ਫੰਡ ਦੀ ਕਿਉਂ ਲੋੜ ਹੁੰਦੀ ਹੈ, ਪਰ ਇੱਕ ਪੋਲੀਟੀਕਲ ਸਾਇੰਸ ਦਾ ਹਿੱਸਾ ਹੈ। ਹੁਣ ਚਲੋ ਹੋਵੇਗੀ ਵੀ ਕੋਈ ਲੋੜ, ਪਰ ਸਹੀ ਮਾਇਨਿਆਂ ਦੇ ਵਿੱਚ ਕੀ ਲੋੜ ਹੋ ਸਕਦੀ ਹੈ, ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ। ਉਹ ਜਿਹੜੇ ਪਾਰਟੀ ਫੰਡ ਨੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਿੱਤੇ ਜਾਂਦੇ ਨੇ। ਹੁਣ ਪਾਰਟੀ ਫੰਡ, ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਪਾਰਟੀ ਫੰਡ ਅਧਿਕਾਰਿਕ ਤੌਰ ਤੇ ਚੈੱਕ ਲਿਖ ਕੇ ਜਿਹੜੇ ਨੇ ਉਹ ਕਿੰਨੇ, ਕੌਣ ਕਿਸ ਨੂੰ ਦਿੰਦਾ ਹੈ ਤੇ ਅੰਡਰ ਦਾ ਟੇਬਲ ਕਿੰਨੇ ਫੜਾਏ ਜਾਂਦੇ ਨੇ, ਸਭ ਨੂੰ ਇਸ ਗੱਲ ਦਾ ਪਤਾ ਹੈ। ਅੰਡਰ ਦਾ ਟੇਬਲ ਜੋ ਫੜਾਏ ਜਾਂਦੇ ਨੇ ਉਸ ਦਾ ਤਾਂ ਹਿਸਾਬ ਕਿਤਾਬ ਹੀ ਕੋਈ ਨਹੀਂ। ਹੁਣ ਜੇ ਅਸੀਂ ਗੱਲ ਕਰੀਏ ਕਿ ਪਾਰਟੀ ਨੂੰ 2021-22 ਦੇ ਵਿੱਚ ਚੰਦਾ ਜਿਹੜਾ ਹੈ ਉਸ ਮੁਤਾਬਕ ਬਹੁਤ ਘਟਿਆ ਚੰਦਾ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਵਿਖਾਇਆ ਗਿਆ। ਉਸਦੇ ਕਈ ਕਾਰਨ ਹੋ ਸਕਦੇ ਨੇ ਕਿ ਪਾਰਟੀ 5 ਸਾਲਾਂ ਤੋਂ ਪਹਿਲਾਂ ਹੀ ਸੱਤਾ ਤੋਂ ਬਾਹਰ ਸੀ ਤੇ ਕੋਈ ਖਾਸ ਵਜੂਦ ਪਾਰਟੀ ਦਾ ਬਣਦਾ ਨਜ਼ਰ ਨਹੀਂ ਆਉਂਦਾ, ਤੇ ਜੇਤੂ ਘੋੜੇ ਤੇ ਹਰ ਕੋਈ ਪੈਸੇ ਲਾਉਣਾ ਚਾਹੁੰਦਾ ਹੈ। ਹੋ ਸਕਦਾ ਕਿਸੇ ਨੇ ਨਾ ਲਾਏ ਹੋਣ। ਹੁਣ ਇੱਧਰ ਆਉਂਦੇ ਆ ਜੀ, ਸੁਖਬੀਰ ਸਿੰਘ ਬਾਦਲ ਦੀ ਅਸੀਂ ਗੱਲ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਦੀ, ਜਿਵੇਂ ਕੁਝ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ, ਮੈਨੂੰ ਆਪਣੀ ਗੱਲ ਦੁਬਾਰਾ ਜਿਹੜੀ ਰਿਪੀਟ ਕਰਨੀ ਪੈ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਆਉਣ ਨਾਲ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਇੱਕ ਰੂਹ ਜਿਹੀ ਆਈ ਹੈ। ਹੁਣ ਇੱਕ ਗੱਲ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਜ਼ਿਆਦਾ ਨਹੀਂ ਤੇ 2017 ਤੋਂ ਜਾਂ ਉਸ ਤੋਂ ਵੀ 2 ਸਾਲ ਪਹਿਲਾਂ ਤੋਂ ਲੈ ਕੇ
ਅਕਾਲੀ ਦਲ ਦਾ ਨਿਵਾਣ ਸਲਿੱਪਰੀ ਸਲੋਪ ਜਿਸ ਨੂੰ ਆਖਦੇ ਨੇ ਕਿ ਥੱਲੇ ਵੱਲ ਨੂੰ ਖਿਸਕਦੇ ਜਾ ਰਹੇ ਸੀ। ਜੀ ਹੁਣ ਮੈਂ ਸਮਝਦਾ ਕਿ ਉਹ ਇਸ ਲੈਵਲ ਤੇ ਆ ਗਏ ਨੇ ਕਿ ਸੈਚੂਰੇਸ਼ਨ ਪੁਆਇੰਟ ਹੈ ਜਿਸ ਤੋਂ ਉਹ ਹੋਰ ਜ਼ਿਆਦਾ ਥੱਲੇ ਰਸਾਤਲ ਚ ਨਾ ਸ਼ਾਇਦ ਜਾਣ। 3 ਸੀਟਾਂ ਨੇ ਪਾਰਟੀ ਕੋਲ, ਉਹਨਾਂ ਨੇ ਗੱਠਜੋੜ ਵੀ ਕਰਕੇ ਦੇਖ ਲਿਆ। ਸੰਗਰੂਰ ਲੋਕ ਸਭਾ ਤੁਸੀਂ ਰਿਜ਼ਲਟ ਸਾਰਿਆਂ ਨੇ ਦੇਖੇ ਨੇ। ਹੁਣ ਮੈਂ ਸਮਝਦਾ ਕਿ ਬਿਕਰਮ ਸਿੰਘ ਮਜੀਠੀਆ ਤੇ ਕੇਸ ਬੜਾ ਵੱਡਾ ਪਿਆ ਹੋਇਆ ਸੀ ਤੇ ਪਾਰਟੀ ਨੂੰ ਉਸ ਚੀਜ਼ ਨੇ ਵੀ ਪਿਛਾਂਹ ਖਿੱਚਿਆ। ਭਾਵੇਂ ਉਹਨਾਂ ਦੀ ਜ਼ਮਾਨਤ ਹੀ ਹੋਈ ਹੈ ਪਰ ਅਦਾਲਤੀ ਟਿੱਪਣੀਆਂ ਸਾਰਾ ਕੁਝ ਨੂੰ ਅਸੀਂ ਵੇਖਦੇ ਹਾਂ ਜਦੋਂ, ਤੇ ਮੈਨੂੰ ਲੱਗਦਾ ਕਿ ਉਹ ਸਲਿੱਪਰੀ ਸਲੋਪ ਜਿਹੜੀ ਸੀ ਨਾ ਉਹਨੂੰ ਹੁਣ ਛੱਡ ਕੇ ਹੁਣ ਬੈਲੈਂਸ ਆਊਟ ਜਿਹਾ ਕੰਮ ਹੁੰਦਾ ਜਾਪਦਾ ਹੈ ਕਿਤੇ ਨਾ ਕਿਤੇ। ਇਸ ਤੋਂ ਥੱਲੇ ਨਹੀਂ ਜਾਣਗੇ, ਇੱਥੇ ਟਿਕੇ ਜਾ ਰਹਿਣਗੇ। ਇਸ ਤੋਂ ਬਾਅਦ ਸਿਰਫ ਉਹਨਾਂ ਦੀ ਬੈਟਰਮੈਂਟ ਹੋ ਸਕਦੀ, ਸਿਰਫ ਉਭਾਰ ਹੀ ਹੋ ਸਕਦਾ। ਹੁਣ ਗੱਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਾਂਭੇ ਹੋਣਗੇ ਜਾਂ ਉਹ ਲਾਂਭੇ ਹੋਣ ਦੇ ਮੂਡ ਵਿੱਚ ਵੀ ਹਨ, ਜਾਂ ਦੂਸਰੇ ਪਾਸੇ ਦੀ ਲੌਬੀ ਜਿਹੜੀ ਹੈ ਬਾਗੀਆਂ ਦੀ ਇੰਨੀ ਸਟਰੋਂਗ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰ ਸਕਦੀ ਹੈ। ਜੀ ਇਹ ਸਾਰੀਆਂ ਗੱਲਾਂ ਤੇ ਵਿਰਾਮ ਚਿੰਨ੍ਹ ਜਿਹਾ ਜਿਹੜਾ ਹੈ ਉਹ ਲੱਗਿਆ। ਉਹ ਇਸ ਕਰਕੇ ਕਿ ਅੰਦਰੂਨੀ ਖਬਰ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਬਦਲਾਅ ਦੀ ਗੱਲ ਕਰਨ ਵਾਲੇ ਬਹੁਤ ਲੋਕ ਨੇ ਕਿ ਹਾਂ ਬਈ ਬਦਲਾਅ ਚਾਹੀਦਾ, ਜਥੇਬੰਦਕ ਢਾਂਚਾ ਜਿਹੜਾ ਇਸ ਵੇਲੇ ਭੰਗ ਹੋਇਆ ਉਹ ਨਵਾਂ ਬਣਾਓ। ਤੇ ਪਰ ਨਵੇਂ ਬਦਲਾਅ ਦੇ ਮੁਤਾਬਕ ਉਹ ਕਿਹੜੇ ਲੋਕ ਨਵੇਂ ਹੋਣਗੇ ਇਸ ਗੱਲ ਦਾ ਕੋਈ ਪਤਾ ਨਹੀਂ। ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਗੱਲ ਸਾਰੇ ਕਰਦੇ ਨੇ ਪਰ ਕਹਿੰਦੇ ਜਦੋਂ ਨਾਮ ਆਉਂਦਾ ਹੈ ਕਿ ਪਾਰਟੀ ਪ੍ਰਧਾਨ ਫਿਰ ਕੌਣ ਹੋਵੇਗਾ, ਫਿਰ ਅੱਗੇ ਕੋਈ ਨਹੀਂ ਹੁੰਦਾ। ਉਸ ਵਿੱਚ ਬਹੁਤ ਵੱਡੇ ਜਿਹੜੇ ਮੁੱਦੇ ਸਾਹਮਣੇ ਆ ਰਹੇ ਨੇ ਉਹ ਹੈ ਪਾਰਟੀ ਫੰਡ ਦੇ, ਜਾਂ ਪਾਰਟੀ ਦੇ ਕੋਲ ਜਿਹੜਾ ਫੰਡਸ ਜਿਹੜੇ ਹੋਣੇ ਚਾਹੀਦੇ ਨੇ ਉਹ ਇਕੱਠੇ ਕਿਵੇਂ ਹੋਣਗੇ। ਸਿਕੰਦਰ ਸਿੰਘ ਮਲੂਕਾ ਦੀ ਜੇ ਗੱਲ ਮੰਨੀਏ ਜੋ ਬਹੁਤ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਨੇ ਉਹਨਾਂ ਵਿੱਚੋਂ ਇੱਕ ਨੇ, ਉਹ ਤੇ ਗੱਲ ਸਾਫ਼ ਕਹਿ ਰਹੇ ਨੇ ਕਿ ਅਸੀਂ ਸਾਡਾ ਸੁਖਬੀਰ ਸਿੰਘ ਬਾਦਲ ਸੀ। ਵਿਰਸੰਘ ਸਿੰਘ ਬਟੋਆ ਵੀ ਇਹੋ ਕਹਿੰਦੇ ਨੇ ਸੁਖਬੀਰ ਬਾਦਲ ਸੀ, ਹੈ ਤੇ ਰਹੇਗਾ, ਹੋਰ ਕੋਈ ਪ੍ਰਧਾਨ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੇ ਕੱਦ ਦਾ ਆਗੂ ਸਾਡੇ ਕੋਲ ਅਕਾਲੀ ਦਲ ਦੇ ਵਿੱਚ ਕੋਈ ਮੌਜੂਦ ਨਹੀਂ ਹੈ। ਹੁਣ ਉਹ ਕਿਉਂ ਕਹਿ ਰਹੇ ਨੇ? ਇੱਕ ਤੇ ਪਾਰਟੀ ਫੰਡ ਦੀ ਗੱਲ ਦੱਸੀ ਉਹਨਾਂ ਨੇ ਕਿ ਹੋਰ ਕਿਸੇ ਦੇ ਨਾਮ ਤੇ ਸਾਨੂੰ 1 ਰੁਪਈਆ ਨਹੀਂ ਕਿਸੇ ਪਾਸਿਓਂ ਮਿਲਣਾ, ਤੇ ਦੂਸਰਾ ਕਿਹਾ ਕਿ ਪੰਜਾਬ ਦੇ ਹਰ ਪਿੰਡ ਤੱਕ ਇਹਨਾਂ ਦੀ ਪਹੁੰਚ ਹੈ, ਇਹਨਾਂ ਦਾ ਲੋਕਲ ਲੈਵਲ ਤੇ ਜਥੇਬੰਦਕ ਢਾਂਚਾ ਵੀ ਮੌਜੂਦ ਹੈ ਤੇ ਇਸ ਕਰਕੇ ਸਾਨੂੰ ਇਹਨਾਂ ਨੂੰ ਹੀ ਰੱਖਣਾ ਪਏਗਾ। ਹੁਣ ਰੱਖਣਾ ਪੈਣਾ ਹੋਰ ਗੱਲ ਹੈ ਤੇ ਰੱਖਣਾ ਜਿਹੜਾ ਆ ਉਹ ਦੂਸਰੀ ਗੱਲ ਹੈ। ਜੇ ਇਹਨਾਂ ਦੇ ਜੇ ਕੋਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਹੁਦੇਦਾਰ ਨੇ, ਕੁਝ ਮੌਜੂਦਾ ਨੇ, ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ 42 ਸਿਫਾਰਿਸ਼ਾਂ ਕਮੇਟੀ ਵਾਲਿਆਂ ਨੇ ਦਿੱਤੀਆਂ ਹੋਈਆਂ ਸੀ, ਉਹ ਵੀ ਇੱਕ ਸਮਾਗਮ ਦੇ ਵਿੱਚ ਬੋਲ ਗਿਆ ਕਿ ਦੇਖੋ ਸਾਡੇ ਸਾਹਮਣੇ ਚੋਰ ਠੱਗ ਜਿਹੜੇ ਲੁਟੇਰੇ ਸੀ ਬਿਠਾ ਦਿੱਤੇ, ਉਹ ਸਾਨੂੰ ਬਹੁਤ ਨੁਕਸਾਨ ਹੋਇਆ, ਅਕਾਲੀ ਦਲ ਨੂੰ ਦੁਬਾਰਾ ਕਰਨ ਦੀ ਲੋੜ ਹੈ। ਫਿਰ ਜਦੋਂ ਉਹਨਾਂ ਦੀ ਖਿਚਾਈ ਹੋਈ ਕਿ ਤੁਸੀਂ ਇਹ ਕੀ ਆਖ ਦਿੱਤਾ ਸਟੇਜ ਤੋਂ, ਫਿਰ ਕਹਿੰਦੇ ਨਹੀਂ ਮੈਂ ਤਾਂ ਸੰਗਰੂਰ ਇਲਾਕੇ ਦੀ ਗੱਲ ਕੀਤੀ ਸੀ, ਮੈਂ ਹੋਰ ਪਾਸੇ ਦੀ ਨਹੀਂ ਸੀ ਕੀਤੀ। ਖੈਰ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਕਿਹੜੀ ਕੀਤੀ ਸੀ, ਪਤਾ ਸਾਨੂੰ ਵੀ ਹੈ ਵੈਸੇ। ਹੁਣ ਜਿਹੜੇ ਅਹੁਦੇਦਾਰ ਬੋਲ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਇਹ ਦੱਸੋ ਕਿ ਇਹ ਕੋਈ ਗੱਲ ਹੈ ਭਲਾ ਕਿ ਸੁਖਬੀਰ ਸਿੰਘ ਬਾਦਲ ਦੇ ਕੱਦ ਦਾ ਕੋਈ ਸਾਡੇ ਕੋਲ ਆਗੂ ਨਹੀਂ ਹੈ। ਚਲੋ ਮੰਨ ਲੈਂਦੇ ਆ ਕਿ ਪੁਰਾਣੇ ਬਜ਼ੁਰਗ ਆਗੂਆਂ ਦੇ ਵਿੱਚੋਂ ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਨੇ ਬਜ਼ੁਰਗ ਹੋ ਚੁੱਕੇ ਨੇ, ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਵੱਖਰੀ ਪਾਰਟੀ ਬਣਾ ਚੁੱਕੇ ਨੇ, ਬਲਵਿੰਦਰ ਸਿੰਘ ਭੂੰਦੜ ਜਿਹੜੇ ਨੇ ਉਹ ਭਾਵੇਂ ਸੀਨੀਅਰ ਆਗੂ ਨੇ ਪਰ ਪੰਜਾਬ ਦੇ ਦੂਰ ਦੂਰ ਤੱਕ ਉਹਨਾਂ ਦਾ ਬਹੁਤਾ ਵੱਡਾ ਇੰਨਾ ਵਜੂਦ ਨਹੀਂ ਹੈ ਕਿ ਜਿਸ ਦੇ ਆਧਾਰ ਤੇ ਉਹਨਾਂ ਨੂੰ ਆਗੂ ਬਣਾਇਆ ਜਾ ਸਕੇ। ਉਹ ਨਜ਼ਦੀਕੀ ਵੀ ਬਹੁਤੇ ਨੇ, ਭਾਵੇਂ ਚੁੱਪ ਜਾਏ ਨੇ ਪਰ ਬਹੁਤੇ ਨਜ਼ਦੀਕੀ ਉਹ ਹੀ ਨੇ ਬਾਦਲ ਦੇ। ਹੁਣ ਗੱਲ ਆਈ ਹੈ ਕਿ ਕੌਣ ਹੋ ਸਕਦਾ। ਕੁਝ ਜਿਹੜੇ ਪੰਥਕ ਸੋਚ ਰੱਖਣ ਵਾਲੇ ਲੋਕ ਨੇ ਜੋ ਕਹਿੰਦੇ ਕਿ ਸਿੱਖਾਂ ਦੀ ਪਾਰਟੀ ਸੀ ਅਕਾਲੀ ਦਲ, ਤੇ ਕਿਉਂ ਨਾ ਕੋਈ ਨਵਾਂ ਆਗੂ ਚੁਣ ਕੇ ਸਾਹਮਣੇ ਲੈਂਦਾ ਜਾਵੇ ਜੋ ਗੁਰਮਤਿ ਦਾ ਧਾਰਨੀ ਹੋਵੇ, ਸਿੱਖ ਅਸੂਲਾਂ ਤੇ ਪਹਿਰੇ ਦੇਣ ਵਾਲਾ ਹੋਵੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ, ਸਾਫ਼ ਸੁਥਰੇ ਅਕਸ ਵਾਲਾ ਹੋਵੇ। ਇਹ ਸੁਖਬੀਰ ਸਿੰਘ ਬਾਦਲ ਨੂੰ ਕੀ ਇਸੇ ਕਰਕੇ ਪ੍ਰਧਾਨ ਬਣਾ ਕੇ ਰੱਖਣਾ ਹੈ ਕਿ ਕੋਈ ਉਹਨਾਂ ਦੇ ਬਰਾਬਰ ਦਾ ਹੈ ਕੋਈ ਨਹੀਂ? ਇਹ ਤੇ ਕੋਈ ਗੱਲ ਵਾਜਬ ਜਾਪਦੀ ਨਹੀਂ। ਪਰ ਜੋ ਇਸ ਵੇਲੇ ਅਕਾਲੀ ਦਲ ਦੀ ਸਥਿਤੀ ਹੈ ਤੇ ਜਿਸ ਤਰ੍ਹਾਂ ਦਾ ਘਟਨਾਕ੍ਰਮ ਹੋ ਰਿਹਾ, ਮੈਂ ਸਮਝਦਾ ਕਿ ਮਨਪ੍ਰੀਤ ਸਿੰਘ ਅਯਾਲੀ ਹੋ ਸਕਦਾ ਕਿ ਇਕੱਲੇ ਵੀ ਪੈ ਜਾਣ। ਪਰ ਇਹ ਕਿਉਂ ਇਸ ਜਿਹੀ ਸਥਿਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਦਾ ਕੱਦ ਦਾ ਕੋਈ ਅੱਜ ਨੇਤਾ ਉਹਨਾਂ ਕੋਲ ਮੌਜੂਦ ਨਹੀਂ ਹੈ। ਇਹ ਅੱਜ ਦਾ ਨਹੀਂ, ਇਹ ਇੰਨੇ ਸਾਲਾਂ ਦਾ ਜੋ ਗਲਬਾ ਇੱਕ ਪਰਿਵਾਰ ਦਾ ਇੱਕ ਪਾਰਟੀ ਦੇ ਉੱਪਰ ਪਿਆ ਹੈ ਉਸ ਦਾ ਨਤੀਜਾ ਹੈ ਕਿ ਹੋਰਨਾਂ ਆਗੂਆਂ ਦੇ ਕਾਡਰ, ਉਹਨਾਂ ਦੀਆਂ ਰੀਝਾਂ, ਜੋ ਖਾਸ ਵਰਕਰ ਹੁੰਦੇ ਸਨ ਅਕਾਲੀ ਦਲ ਦੇ, ਜੋ ਜਿੰਦ ਜਾਨ ਹੁੰਦੇ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੌਲੀ ਹੌਲੀ। ਉਹ ਬੋਲਦੇ ਨਹੀਂ, ਹੁਣ ਉਹ ਬੋਲਣ ਜੋਗੇ ਨਹੀਂ, ਉਹਨਾਂ 'ਚ ਇੰਨੀ ਸਮਰੱਥਾ ਵੀ ਨਹੀਂ ਹੈ। ਉਹ ਸਾਰਾ ਢਾਂਚਾ ਕਾਡਰ ਜਿਹੜਾ ਸੀ ਆਪਣੇ ਕਾਬੂ ਦੇ ਵਿੱਚ, ਹੱਥਾਂ ਦੇ ਵਿੱਚ ਲੈ ਲਿਆ ਗਿਆ ਤੇ ਅੱਜ ਫਿਰ ਨਾਮ ਉਹਨਾਂ ਦਾ ਹੀ ਆਉਣਾ। ਇੱਕ ਉਦਾਹਰਨ ਹੈ, ਮੈਂ ਸਿਕੰਦਰ ਸਿੰਘ ਮਲੂਕਾ ਨੂੰ ਜਾਂ ਵਿਰਸਾ ਸਿੰਘ ਬਲਟੋਆ ਨੂੰ ਪੁੱਛਦਾ ਕਿ ਜੇ ਇਹੋ ਹੀ ਏਜੰਡਾ ਹੋਵੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਦਾ ਰਾਜ ਲੈ ਕੇ ਆਉਣਾ ਪੰਜਾਬ ਦੇ ਵਿੱਚ, ਤੇ ਕੀ ਉਹ ਆਮ ਆਦਮੀ ਦੀ ਪਾਰਟੀ ਦੀ ਉਦਾਹਰਨ ਨਹੀਂ ਵੇਖਦੇ ਕਿ ਭਗਵੰਤ ਮਾਨ ਕੋਲ ਕਿਹੜਾ ਜਥੇਬੰਦਕ ਢਾਂਚਾ ਸੀ
ਚੋਣਾਂ ਤੋਂ 3 ਮਹੀਨੇ ਪਹਿਲਾਂ ਤੱਕ ਤੇ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਜੀ ਤੇ ਚਿਹਰਾ ਜਦੋਂ ਕੋਈ ਬਣਨ ਲੱਗਦਾ ਫਿਰ ਸਮਾਂ ਨਹੀਂ ਲੱਗਦਾ। ਜਦੋਂ ਕੋਈ ਰੈਵੋਲੂਸ਼ਨ ਆਉਂਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਤੇ ਫਿਰ ਇੱਕੋ ਹੀ ਵਿਅਕਤੀ ਦਾ ਨਾਮ ਅੱਗੇ ਆ ਜਾਂਦਾ ਤੇ ਉੱਥੋਂ ਕੰਮ ਸਟਾਰਟ ਹੋ ਜਾਂਦਾ। ਬਿਲਕੁਲ। ਤੁਸੀਂ ਨਾਮ ਹੀ ਨਹੀਂ ਕਿਸੇ ਦਾ ਲੈਣਾ ਤੇ ਤੁਸੀਂ ਪਾਰਟੀ ਦੇ ਅੰਦਰ ਲੋਕਤੰਤਰਿਕ ਸਿਸਟਮ ਜਿਹੜਾ ਉਸਨੂੰ ਖਤਮ ਹੀ ਇਸ ਹਿਸਾਬ ਨਾਲ ਕਰ ਲਿਆ, ਕੋਈ ਬੋਲਣ ਜੋਗਾ ਛੱਡਿਆ ਹੀ ਕਿਸੇ ਨੂੰ ਨਹੀਂ, ਤੇ ਫਿਰ ਇਹੋ ਹੀ ਭਾਈ ਸੁਖਬੀਰ ਸਿੰਘ ਬਾਦਲ ਹੀ ਕੋਲ ਹੋਣਗੇ, ਹੋਰ ਕੀ ਬਚੇਗਾ ਸਾਡੇ ਕੋਲ। ਹੁਣ ਇਹ ਕੀ ਕਰਨਗੇ? ਉਹ ਕਮੇਟੀ ਜਿਹੜੀ ਬਣਾਈ ਸੀ ਉਹਦੀਆਂ ਸਿਫਾਰਿਸ਼ਾਂ ਕਿਵੇਂ ਲਾਗੂ ਹੋਣਗੀਆਂ, ਅਨੁਸ਼ਾਸਨੀ ਕਮੇਟੀ ਕੀ ਕਾਰਵਾਈ ਕਰੇਗੀ ਬਾਗੀਆਂ ਤੇ, ਉਹ ਬੜੀ ਇੰਟਰਸਟਿੰਗ ਸਥਿਤੀ ਹੋਵੇਗੀ। ਜੇ ਤੇ ਕੋਈ ਉਹ ਸਖਤ ਕਦਮ ਲੈ ਲੈਂਦੇ ਨੇ ਫਿਰ ਜਿਹੜੀ ਮੈਂ ਸਲਿੱਪਰੀ ਸਲੋਪ ਦੀ ਗੱਲ ਕੀਤੀ ਸੀ ਨਾ, ਤੇ ਮਨਪ੍ਰੀਤ ਸਿੰਘ ਅਯਾਲੀ ਦਾ ਕੱਦ ਵੀ ਛੋਟਾ ਨਹੀਂ ਹੈ, ਉਹ ਸਲਿੱਪਰੀ ਸਲੋਪ ਅਜੇ ਵੀ ਸ਼ੁਰੂ ਹੋ ਸਕਦੀ ਹੈ। ਪਰ ਅਜੇ ਬਿਕਰਮ ਸਿੰਘ ਮਜੀਠੀਆ ਦੇ ਆਉਣ ਨਾਲ ਇਹਨਾਂ ਨੂੰ ਥੋੜਾ ਜਿਹਾ ਹੁਲਾਰਾ ਜਿਹਾ ਮਿਲਿਆ। ਜੇ ਉਸ ਨੂੰ ਸਹੀ ਤਰੀਕੇ ਨਾਲ ਕੈਸ਼ ਕਰ ਸਕਣ ਤੇ ਜ਼ਿਆਦਾ ਬਿਹਤਰ ਹੋਵੇਗਾ ਪਾਰਟੀ ਵਾਸਤੇ। ਵੈਸੇ ਸਲਾਹ ਨਹੀਂ ਦੇ ਰਿਹਾ ਪਰ ਲੱਗਦਾ ਇੰਜ ਹੈ ਕਿ ਇਹਨਾਂ ਨੂੰ ਪਾਰਟੀ ਦੀ ਲੀਡਰਸ਼ਿਪ ਵਿੱਚ ਬਦਲਾਅ ਕਰਨਾ ਪਏਗਾ। ਤੇ ਕਹਿੰਦੇ ਨੇ ਕਿ ਜਦੋਂ ਗੱਲ ਚੱਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਬਦਲੀ ਹੋ ਜਾਊਗਾ, ਪਰ ਬਣੂਗਾ ਕੌਣ? ਇੱਥੇ ਆ ਕੇ ਸਾਰੇ ਚੁੱਪ ਹੋ ਜਾਂਦੇ ਨੇ। ਇਸ ਦਾ ਜਵਾਬ ਵੀ ਅਕਾਲੀ ਦਲ ਦੇ ਪਿਛਲੇ 20 ਸਾਲਾਂ ਦੀ ਕਾਰਜਸ਼ੈਲੀ ਦੇ ਵਿੱਚੋਂ ਮਿਲੇਗਾ ਕਿ ਆਖਰ ਅਜਿਹੀ ਸਥਿਤੀ ਕਿਉਂ ਉਤਪੰਨ ਹੋਈ ਕਿ ਉਹਨਾਂ ਦੇ ਬਰਾਬਰ ਦਾ ਕੋਈ ਕਾਦਾਵਰ ਨੇਤਾ ਜਿਹੜਾ ਕਿਉਂ ਨਹੀਂ ਖੜਾ ਹੋ ਸਕਿਆ। ਕਿਵੇਂ ਉਹ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਪਰਿਵਾਰ ਜਿਹੜੇ ਸੀ ਹੌਲੀ ਹੌਲੀ ਕਿਵੇਂ ਖਤਮ ਕੀਤੇ ਗਏ, ਜਿਹੜੇ ਅਕਾਲੀ ਦਲ ਦੇ ਵਿੱਚ ਵਰਕਰ ਦੇ ਤੌਰ ਤੇ ਕੰਮ ਕਰਦੇ ਸੀ। ਅੱਜ ਵੀ ਉਹਨਾਂ 'ਚ ਪਰਿਵਾਰ ਬਹੁਤੇ ਮੌਜੂਦ ਨੇ, ਉਹ ਵਿਚਾਰੇ ਇੱਕ ਪਾਸੇ ਹੋ ਕੇ ਬੈਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਖੁੰਝੇ ਲਾਇਆ ਗਿਆ। ਜੀ ਹੁਣ ਗੱਲ ਉਹਨਾਂ ਦੀ ਕਰ ਲਈਏ ਵੀ ਜਿਹੜੇ ਵੀਆਈਪੀ ਕਲਚਰ ਖਤਮ ਕਰਨ ਦਾ ਕ੍ਰੈਡਿਟ ਲੈਣਾ ਚਾਹੁੰਦੇ ਸੀ। ਆਮ ਆਦਮੀ ਪਾਰਟੀ ਨੇ ਕਿਹਾ ਵੀ ਅਸੀਂ ਪੰਜਾਬ 'ਚੋਂ ਵੀਆਈਪੀ ਕਲਚਰ ਜਿਹੜਾ ਖਤਮ ਕਰ ਦੇਣਾ, ਸੁਰੱਖਿਆ ਘਟਾਤੀ, ਮੂਸੇਵਾਲਾ ਕਤਲकांड ਵਾਪਰ ਗਿਆ, ਸਰਕਾਰ ਘਿਰ ਗਈ, 45 ਪਟੀਸ਼ਨਾਂ ਇਹਨਾਂ ਦੇ ਖਿਲਾਫ ਹਾਈ ਕੋਰਟ 'ਚ ਪੈ ਗਈਆਂ। ਕੀ ਹੁਣ ਅਦਾਲਤ ਨੇ ਸਰਕਾਰ ਦੇ ਕੰਨ ਖਿੱਚੇ ਨੇ ਜਾਂ ਫਿਰ ਲੁਕਵੀਂ ਤੇ ਦੱਬੀ ਹੋਈ ਗੱਲ ਕੀਤੀ ਅਦਾਲਤ ਨੇ? ਅਦਾਲਤ ਨੇ ਸਹੀ ਮਾਇਨਿਆਂ ਦੇ ਵਿੱਚ ਥੋੜੇ ਜਿਹੇ ਕੰਨ ਵੀ ਖਿੱਚੇ ਨੇ। ਤੇ ਜਿਵੇਂ ਕਹਿੰਦੇ ਨੇ ਕਿ ਜਦੋਂ ਕੋਈ ਕਿਸੇ ਵਿਦਿਆਰਥੀ ਨੇ ਹੋਮਵਰਕ ਨਾ ਕੀਤਾ ਹੋਵੇ ਜਾਂ ਕਲਾਸ ਦੇ ਵਿੱਚ ਹੋਰ ਕੋਈ ਗੱਲ ਕੀਤੀ ਹੋਵੇ, ਇੱਕ ਤੇ ਹੁੰਦਾ ਵੀ ਉਹਨੂੰ ਜਰਾ ਵੀ ਉਹਨੂੰ ਗਾਂਹ ਵਾਸਤੇ ਵੀ ਵਾਰਨਿੰਗ ਜਿਹੜੀ ਹੈ ਦਿੱਤੀ ਜਾਵੇ, ਉਹ ਵੀ ਹੁੰਦੀ ਆ, ਪਰ ਉਹਨੂੰ ਨਾਲ ਇਹ ਵੀ ਕਿਹਾ ਕਿ ਤੁਸੀਂ ਕੰਟੀਨਿਊ ਵੀ ਕਰੋ। ਅਦਾਲਤ ਨੇ ਇਹ ਕਿਹਾ ਕਿ ਜਿਹੜੀ ਇਹ ਜਨਤਕ ਕੀਤੀ ਗਈ ਜਾਣਕਾਰੀ ਕਿ ਕਿਹਦੀ ਸੁਰੱਖਿਆ ਘਟਾਈ ਗਈ, ਕਿੰਨੀ ਘਟਾਈ ਗਈ, ਉਹ ਨਹੀਂ ਹੋਣੀ ਚਾਹੀਦੀ। ਇਸ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਔਰ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਸਾਨੂੰ ਸਾਰਿਆਂ ਨੂੰ ਪਤਾ। ਔਰ ਉਸ ਤੋਂ ਵੱਡੀ ਘਟਨਾ ਕੀ ਹੋ ਸਕਦੀ ਸੀ? ਹੁਣ ਗੱਲ ਇਹ ਹੈ ਕਿ ਸਰਕਾਰ ਨੂੰ ਗਾਂਹ ਵਾਸਤੇ ਕੀ ਕਿਹਾ ਅਦਾਲਤ ਨੇ? ਸਰਕਾਰ ਨੇ ਜੇ ਅਸੀਂ ਕਹੀਏ ਕਿ ਆਊਟਰਾਈਟਲੀ ਰੋਕ ਲਾ ਦਿੱਤੀ ਹੈ ਜਿਹੜੀ ਸੁਰੱਖਿਆ ਵਿੱਚ ਕਟੌਤੀ ਸੀ, ਯੈਸ ਉਹ ਰੋਕ ਲੱਗੀ ਹੈ। ਪਰ ਨਾਲ ਦੀ ਨਾਲ ਸਰਕਾਰ ਨੂੰ ਅਦਾਲਤ ਨੇ ਕੁਝ ਇਹ ਗੱਲ ਇਹੋ ਜਿਹੀ ਕੀਤੀ ਹੈ ਕਿ ਤੁਸੀਂ ਭਾਈ ਇਹ ਸਮੀਖਿਆ ਕਰੋ, ਇਸ ਦੀ ਦੁਬਾਰਾ ਜਿਹੜੀ ਹੈ ਤੁਸੀਂ ਰਿਵਿਊ ਕਰੋ ਕਿ ਤੁਸੀਂ ਇਹ ਜਿਹੜੀ ਸੁਰੱਖਿਆ ਕਿਹਦੀ ਘਟਾਉਣੀ ਹੈ, ਕਿਸ ਕਾਰਨ ਕਰਕੇ ਘਟਾਉਣੀ ਹੈ ਤੇ ਤੁਹਾਨੂੰ ਕੀ ਲੋੜ ਹੈ। ਉਹਨਾਂ ਨੇ ਪਿਛਲੀ ਘਟਨਾ ਨੂੰ ਵੀ ਉਹਨਾਂ ਨੇ ਜਿਹੜਾ ਲਿਆਂਦਾ ਆਪਣੇ ਤੇ ਅੱਗੇ ਵੀ ਉਹਨਾਂ ਨੇ ਸਰਕਾਰ ਨੂੰ, ਹੁਣ ਸਰਕਾਰ ਰਿਵਿਊ ਕਰੇਗੀ। ਪਰ ਗੱਲ ਇੱਥੇ ਮੈਂ ਸਮਝਦਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਇੰਨੀ ਵੱਡੀ ਬਦਕਿਸਮਤੀ ਨਾਲ ਘਟਨਾ ਜਾਂ ਜਿਵੇਂ ਵੀ ਹੋਈ ਆ ਹੋ ਜਾਵੇ ਤਾਂ ਫਿਰ ਸਰਕਾਰ ਨੇ ਸਮੀਖਿਆ ਕੀ ਕਰਨੀ ਹੈ? ਖਰਚਾ ਹੈ ਸਰਕਾਰੀ, ਜਿੱਥੇ ਹੋਰ ਇੰਨੇ ਹੋਣ ਡਏ ਇਹ ਵੀ ਹੋਣ ਦਿਓ। ਪਰ ਓਵਰਆਲ ਜਿਹੜਾ ਮੈਂ ਸਮਝਦਾ ਇਸ ਵਿੱਚ ਕੋਤਾਹੀ ਉਹ ਇਹੋ ਹੀ ਹੈ ਕਿ ਸੁਰੱਖਿਆ ਵਾਪਸ ਲੈਣ ਦਾ ਫੈਸਲੇ ਜਨਤਕ ਨਹੀਂ ਹੋਣੇ ਚਾਹੀਦੇ। ਇਹ ਗੱਲ ਸਹੀ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲਈ ਸੀ, ਉਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਰਿਆਂ ਦੀਆਂ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਵੱਡੀਆਂ ਸੁਰੱਖਿਆ ਮਿਲੀਆਂ ਹੋਈਆਂ ਨੇ ਉਹਨਾਂ ਦੀ ਸੁਰੱਖਿਆ ਵਾਪਸ ਲਈ ਜਾਂਦੀ ਹੈ। ਜੀ ਜੀ। ਹੁਣ ਵਾਪਸ ਲੈ ਕੇ, ਕਿਉਂਕਿ ਜੂਨ ਦਾ ਮਹੀਨਾ ਆਉਣਾ ਹੁੰਦਾ ਹੈ, ਘੱਲੂਘਾਰਾ ਦਿਵਸ ਹੈ, ਹੋਰਨਾਂ ਕਾਰਜਾਂ ਤੇ ਪੁਲਿਸ ਵਗੈਰਾ ਨੂੰ ਲਗਾਉਣਾ ਹੁੰਦਾ। ਪਰ ਗੱਲ ਇੱਕ ਹੈ, ਸਮੀਖਿਆ ਤੇ ਸਰਕਾਰ ਕਰੇਗੀ ਪਰ ਹੁਣ ਜਾਣਕਾਰੀ ਜਨਤਕ ਨਹੀਂ ਕਦੇ ਵੀ ਹੋਣੀ ਵੀ ਉਸ ਦੀ ਰਿਪੋਰਟ ਕੀ ਆਈ ਹੈ, ਕਿਹਦੀ ਸੁਰੱਖਿਆ ਵਾਪਸ ਲੈਣੀ ਹੈ। ਤੇ ਮੈਨੂੰ ਤਾਂ ਕਦੀ ਇਹ ਵੀ ਨਹੀਂ ਲੱਗਦਾ ਕਿ ਕਿਸੇ ਦੀ ਸੁਰੱਖਿਆ ਵਾਪਸ ਲਈ ਜਾਵੇਗੀ, ਕਿਉਂਕਿ ਸਰਕਾਰ ਇੱਕ ਵਾਰੀ ਇਸ ਤੇ ਜਿਹੜਾ ਰਗੜਾ ਲਵਾ ਚੁੱਕੀ ਹੈ ਇਸ ਮੁੱਦੇ ਤੇ ਦੂਸਰੀ ਵਾਰੀ ਉਹਨਾਂ ਦੀ ਹਿੰਮਤ ਨਹੀਂ ਪੈਣੀ ਕਿ ਅਸੀਂ ਇਸ ਮੁੱਦੇ ਨੂੰ, ਉਹਨਾਂ ਨੇ ਹੁਣ ਇਹ ਅੰਦਰ ਖਾਤੇ ਚੱਲਦਾ ਰਹੇਗਾ। ਪਰ ਸਰਕਾਰ, ਮੈਂ ਸਮਝਦਾ ਕਿ ਪਿਛਲੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਕਦੇ ਬਣਦੀ ਸੀ ਕਿ ਇਸ ਤਰ੍ਹਾਂ ਜਿਹੜੀਆਂ ਸੁਰੱਖਿਆਵਾਂ ਦਿੱਤੀਆਂ ਹੋਈਆਂ ਨੇ, ਪੰਜਾਬ ਵਿੱਚ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਹੋਈਆਂ, ਕਈ ਆਗੂ ਸਨ ਇਹੋ ਜਿਹਾ ਜਿਨ੍ਹਾਂ ਨੇ ਆਪਣੇ ਤੇ ਹਮਲੇ ਕਰਵਾਏ ਤੇ ਫਿਰ ਸਰਕਾਰ ਕੋਲੋਂ ਸੁਰੱਖਿਆ ਲੈਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਸੁਰੱਖਿਆ ਦੇ ਫਾਇਦੇ ਬੜੇ ਨੇ ਤੇ ਖਰਚਾ ਸਰਕਾਰ ਦਿੰਦੀ ਹੈ, ਗੱਲ ਹੀ ਕੋਈ ਨਹੀਂ। ਪਰ ਮੈਂ ਸਮਝਦਾ ਕਿ ਸਰਕਾਰ ਹੁਣ ਇਸ ਮਾਮਲੇ ਤੇ ਬਹੁਤੀ ਚੁੱਪ ਹੀ ਵੱਟ ਜਾਵੇਗੀ। ਜੀ ਜਾਂਦੇ ਜਾਂਦੇ ਇਸੇ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਮੁੱਦਾ ਡਿਸਕਸ ਕਰ ਲਈਏ। ਸਿੱਧੂ ਮੂਸੇਵਾਲਾ ਦੀ
ਫੈਮਿਲੀ ਨੇ ਸਰਕਾਰ ਦੇ ਖਿਲਾਫ ਲੱਕ ਬੰਨ੍ਹ ਲਿਆ। ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਸਾਨੂੰ ਇਨਸਾਫ ਚਾਹੀਦਾ 7 ਦਿਨਾਂ ਦੇ ਵਿੱਚ, ਨਹੀਂ ਤੇ ਅਸੀਂ ਫਿਰ ਧਰਨੇ ਤੇ ਬੈਠਾਂਗੇ। ਉਹਨਾਂ ਦੇ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ, ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਅਕਾਊਂਟ ਬਣਾਇਆ, ਧੜਾ ਉਹਨਾਂ ਦੇ ਫਾਲੋਅਰਸ ਵੀ ਵੱਧ ਰਹੇ ਨੇ। ਸਵਾਲ ਮੇਰਾ ਇਹ ਹੈ ਕਿ ਕੀ ਇਹ ਲੜਾਈ ਹੁਣ ਸੋਸ਼ਲ ਮੀਡੀਆ ਤੱਕ ਸੀਮਿਤ ਰਹੂਗੀ? ਦੇਖੋ ਸਵਲੀਨ, ਮੈਂ ਤੁਹਾਨੂੰ ਇਹ ਸਵਾਲ ਪੁੱਛਦਾ, ਤੁਸੀਂ ਯੰਗ ਹੋ, ਤੁਸੀਂ ਦੇਖਦੇ ਹੋ, ਤੁਸੀਂ ਪੋਲੀਟਿਕਸ ਨੂੰ ਵਾਚ ਕਰਦੇ ਹੋ। ਜਿਹੜਾ ਇੱਕ ਕਾਨੂੰਨ ਦਾ ਸਿਸਟਮ ਹੈ, ਮੈਂ ਤੁਹਾਨੂੰ ਇਹ ਪੁੱਛਦਾ ਕਿ ਇਹ ਜਦੋਂ ਇਹ ਕਾਨੂੰਨ ਬਾਰੇ ਅਕਸਰ ਕੀ ਕਿਹਾ ਜਾਂਦਾ ਹੈ ਕਿ ਕਾਨੂੰਨ ਦੀ ਜਿਹੜਾ ਸਿਸਟਮ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ, ਕਿ ਕੀ ਇਸ ਤਰ੍ਹਾਂ ਵੀ ਜਿਹੜਾ ਇਹ ਕੋਈ ਰਾਜੇ ਦਾ ਦਰਬਾਰ ਤੇ ਨਹੀਂ ਹੈ ਕਿ ਕੋਈ ਇੱਥੇ ਆਵੇ ਤੇ ਉਸੇ ਵੇਲੇ ਦੋ ਪਾਸਿਆਂ ਦੇ ਬਿਆਨ ਸੁਣ ਕੇ ਜਾਂ ਗੱਲ ਸੁਣ ਕੇ ਜਿਹੜਾ ਸੀ ਕਿਸੇ ਦੀ ਸਲਾਹ ਲੈ ਕੇ ਫੈਸਲਾ ਸੁਣਾ ਦਿੱਤਾ ਜਾਵੇ ਜੀ। ਇਸ ਤਰ੍ਹਾਂ ਦਾ ਸਿਸਟਮ ਤਾਂ ਨਹੀਂ ਹੈ। ਮੈਂ ਤੁਹਾਨੂੰ ਇਹ ਪੁੱਛਦਾ ਕਿ ਇਹ ਜਿਹੜਾ ਕਾਨੂੰਨ ਦਾ ਕੰਮ ਹੈ ਤਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਕਿੰਨਾ ਕੁ ਸਮਾਂ ਇਸ ਵਿੱਚ ਲੱਗ ਸਕਦਾ ਹੈ ਜਾਂ ਇਸ ਦੀ ਕੋਈ ਸੀਮਾ ਹੁੰਦੀ ਹੈ? ਪਰ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਸਾਰੇ ਦੋਸ਼ੀਆਂ ਨੂੰ ਫੜ ਲਿਆ, ਸਾਡੇ ਵੱਲੋਂ ਕੋਈ ਕਮੀ ਨਹੀਂ ਹੈ। ਪਰਿਵਾਰ ਇਹ ਕਹਿ ਰਿਹਾ ਕਿ ਤੁਸੀਂ ਤਾਂ ਸਿਰਫ ਉਹਨਾਂ ਨੂੰ ਫੜਿਆ ਜਿਹੜੇ ਗੋਲੀਆਂ ਚਲਾ ਰਹੇ, ਜਿਹੜੇ ਪਿੱਛੇ ਸਫੈਦਪੋਸ਼ ਆ ਉਹਨਾਂ ਨੂੰ ਕਿਉਂ ਨਹੀਂ ਫੜਦੇ? ਹੁਣ ਮਾਮਲਾ ਇੱਥੇ ਅੜਿਆ ਪਿਆ ਜੀ। ਜਿਹੜੇ ਪਿੱਛੇ ਸਫੈਦਪੋਸ਼ ਤੇ ਉਹ ਵੀ ਨੇ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ। ਪਰ ਗੱਲ ਇਹ ਹੈ, ਮੈਂ ਸਮਝਦਾ ਕਿ ਜਦੋਂ ਅਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤੇ ਬੜੇ ਇਮੋਸ਼ਨਸ ਜਿਹੜੇ ਨੇ ਸਾਡੇ ਆਉਂਦੇ ਨੇ ਔਰ ਨਿਕਲ ਕੇ ਆਉਂਦੇ ਨੇ ਵਾਰ-ਵਾਰ ਕਿ ਇਹ ਨੌਜਵਾਨ ਕੀ ਸੀ, ਕੀ ਹੋਇਆ ਤੇ ਅਖੀਰ ਅੰਤ ਕਿਹੋ ਜਿਹਾ ਹੋਇਆ। ਤੇ ਇਹ ਗੱਲ ਜਿਹੜੀ ਹੈ ਹਜ਼ਮ ਨਹੀਂ ਹੁੰਦੀ ਕਿਸੇ ਪਾਸਿਓਂ ਕਿ ਕਿਉਂ ਇੰਨੀ ਵੱਡੀ ਘਟਨਾ ਕਿਉਂ ਵਾਪਰ ਗਈ। ਮੈਂ ਇਹ ਮੰਨਦਾ ਕਿ ਸਿੱਧੂ ਮੂਸੇਵਾਲੇ ਨੂੰ ਜਦੋਂ ਅਸੀਂ ਅੱਜ ਵੀ ਲਿਖਦੇ ਹਾਂ ਨਾ, ਅਸੀਂ ਇਹ ਕਹਿੰਦੇ ਗਾਇਕ ਤੇ ਸਾਬਕਾ ਕਾਂਗਰਸੀ ਆਗੂ। ਹੁਣ ਉਹ ਰਾਜਨੀਤਿਕ ਆਗੂ ਵੀ ਸੀ। ਹੁਣ ਮੈਂ ਸਮਝਦਾ ਕਿ ਜਿਸ ਸਿਸਟਮ ਦੇ ਵਿੱਚੋਂ MLA ਬਣਨਾ, ਵਿਧਾਇਕ ਬਣਨਾ ਚਾਹੁੰਦੇ ਸੀ ਜਾਂ ਸਿਸਟਮ ਦੇ ਵਿੱਚ ਇਨਵੋਲਵ ਸੀ, ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੰਮ ਕਿਸ ਤਰ੍ਹਾਂ ਚੱਲਦੇ ਨੇ। ਜੇ ਤਾਂ ਉਹੀ ਆ ਕਿ ਹੁਣ ਉਹ ਪਿੱਛੇ ਵਾਲੇ ਜਿਹੜੇ ਬੰਦੇ ਨੇ, ਜੇ ਉਹਨਾਂ ਵਿੱਚ ਕੋਈ ਗੋਲਡੀ ਬਰਾੜ ਹੈ ਜਾਂ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ, ਕੋਈ ਪਤਾ ਨਹੀਂ ਕਿੱਥੇ ਬੈਠਾ ਹੋਇਆ, ਤਾਰਾਂ ਜੁੜਦੀਆਂ ਨੇ। ਲਾਰੈਂਸ ਬਿਸ਼ਨੋਈ ਜਿਹੜਾ ਸੀ ਉਸ ਨੂੰ ਮੇਨ ਕਲਪ੍ਰਿਟ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਹੁਣ ਅਸਲੀ ਪਿੱਛੇ ਕੌਣ ਹੈ, ਜਾਂ ਤੇ ਸਰਦਾਰ ਬਲਕੌਰ ਸਿੰਘ ਨੂੰ ਆਈਡੀਆ ਹੋਵੇਗਾ ਕਿ ਪਿੱਛੇ ਕੌਣ ਹੈ ਤੇ ਤੁਸੀਂ ਨਾਮ ਲੈ ਦਿਓ, ਤੇ ਫਿਰ ਸਰਕਾਰਾਂ ਦੀ ਕਾਰਵਾਈ ਹੋਵੇਗੀ ਕਿ ਕਿਸ ਨੂੰ ਕਿੱਥੋਂ ਐਕਸਟ੍ਰਾਡਾਈਟ ਕਰਨਾ ਹੈ, ਕੋਈ ਗ੍ਰਿਫਤਾਰ ਹੈ ਵੀ ਕਿ ਨਹੀਂ ਹੈ, ਫਲਾਨਾ ਵਿਅਕਤੀ ਕੌਣ ਹੈ, ਫਲਾਨਾ ਕੌਣ ਹੈ। ਇਹ ਸਾਰੇ ਤਾਰ ਤੰਦ ਜਿਹੜੇ ਨੇ ਉਹ ਜੁੜਦੇ ਵੀ ਨੇ ਆਪਸ ਵਿੱਚ, ਪਰ ਕੋਈ ਅਖੀਰਲਾ ਸਿਰਾ ਹੱਥ ਵਿੱਚ ਆਉਂਦਾ ਵੀ ਨਹੀਂ। ਹੁਣ ਬਲਕੌਰ ਸਿੰਘ ਹੁਣਾਂ ਵੱਲੋਂ ਇਹ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਹੈ ਕਿ ਸਾਨੂੰ ਛੇਤੀ ਇਨਸਾਫ ਮਿਲਣਾ ਚਾਹੀਦਾ, ਪਰ 7 ਦਿਨਾਂ ਵਾਲਾ ਜਿਹੜਾ ਸੀਮਾ ਹੈ ਨਾ, ਇਹ ਮੈਂ ਸਮਝਦਾ ਕਿ ਬਹੁਤ ਹੀ ਜਾਇਜ਼ ਮੰਗ ਨਹੀਂ ਕਿ ਕਿਸ ਤਰ੍ਹਾਂ ਦਾ ਇਨਸਾਫ ਜਿਹੜਾ ਹੈ ਉਹ ਉਹਨਾਂ ਨੂੰ ਉਹ ਉਡੀਕ ਰਹੇ ਨੇ। ਹਾਂ, ਇਹ ਠੀਕ ਹੈ ਗੱਲ ਕਿ ਇਨਸਾਫ ਉਹਨਾਂ ਨੂੰ ਜੇ ਅਸੀਂ ਕਹੀ ਕਿ ਉਹਨਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ ਕਦੇ, ਤੇ ਫਿਰ ਤੇ ਇਨਸਾਫ ਮਿਲਣਾ ਕਦੇ ਨਹੀਂ। ਹੁਣ ਮੈਂ ਇਹਨੂੰ ਇਸ ਤਰੀਕੇ ਨਾਲ ਸੋਚਦਾ ਕਿ ਉਹਨਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਏਗਾ ਸਰਦਾਰ ਬਲਕੌਰ ਸਿੰਘ ਨੂੰ। ਉਹਨਾਂ ਨੇ ਜ਼ਾਹਿਰਾ ਤੌਰ ਤੇ ਹਰਟ ਜਿੰਨੇ ਹੋਏ ਨੇ, ਉਹਨਾਂ ਤੋਂ ਵੱਧ ਦੁੱਖ ਕਿਸੇ ਨੂੰ ਹੋਵੇਗਾ ਨਹੀਂ ਵਿਅਕਤੀਗਤ ਤੌਰ ਤੇ, ਭਾਵੇਂ ਉਹਨਾਂ ਕੋਲ ਲੱਖ ਲੋਕ ਜਿਹੜੇ ਨੇ ਉਹਨਾਂ ਕੋਲ ਅਫਸੋਸ ਕਰਨ ਵਾਸਤੇ ਜਾਂਦੇ ਹੋਣ, ਜਾਂ ਉਹਨਾਂ ਦਾ ਇੱਕ ਪਰਿਵਾਰਕ ਉਸ ਦੀਆਂ ਯਾਦਾਂ ਜਿਹੜੀਆਂ ਨੇ ਉਹ ਹਰ ਵੇਲੇ ਵੇਖਦੇ ਹੋਣਗੇ। ਉਹਨਾਂ ਦਾ ਦੁੱਖ ਉਹਨਾਂ ਦਾ, ਉਹਨਾਂ ਤੋਂ ਵੱਡਾ ਕਿਸੇ ਨੂੰ ਨਹੀਂ। ਪਰ ਫਿਰ ਵੀ ਜਿਹੜੀ ਸਿੱਧੂ ਮੂਸੇਵਾਲੇ ਦੀ ਟੀਮ ਹੈ, ਟਵਿੱਟਰ ਖਾਤਾ ਵੀ ਉਹਨਾਂ ਨੇ ਬਣਾਇਆ, ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵੀ ਖਾਤਾ ਉਹਨਾਂ ਨੇ ਸਰਦਾਰ ਬਲਕੌਰ ਸਿੰਘ ਨੇ ਬਣਾਇਆ ਹੋਇਆ। ਉਹ ਕਹਿੰਦੇ ਨੇ ਕਿ ਇਸ ਦੇ ਜ਼ਰੀਏ ਲੜਾਈ ਹੁਣ ਲੜੀ ਜਾਵੇਗੀ। ਕੀ ਮੇਰਾ ਸਵਾਲ ਇਹ ਹੈ ਕਿ ਕੀ ਟਵਿੱਟਰ ਜਾਂ ਇੰਸਟਾਗ੍ਰਾਮ ਦੇ ਜ਼ਰੀਏ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲ ਸਕਦਾ? ਇੱਥੇ ਤੇ ਫਿਰ ਮੇਰੇ ਵਰਗਾ ਹਰ ਕੋਈ ਬੈਠ ਜਾਵੇਗਾ ਉਹਨਾਂ ਨੂੰ ਸਲਾਹ ਦੇਣ, ਆਹ ਕਰੋ ਆਹ ਕਰੋ। ਜਿਹੜੀ ਉਹਨਾਂ ਦੀ ਟੀਮ ਹੈ, ਤਕਨੀਕੀ ਟੀਮ ਹੈ, ਜਿਹੜੇ ਹੈਂਡਲ ਕਰ ਰਹੀ ਹੈ ਸਾਰਾ ਕੁਝ, ਮੈਂ ਸਮਝਦਾ ਕਿ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਕੋਈ ਸਮਾਂ ਸੀਮਾ ਉਸ ਹਿਸਾਬ ਨਾਲ ਤੈਅ ਕਰ ਲੈਣ। ਸਰਕਾਰ ਕੋਲੋਂ ਕੋਈ ਵਾਈਟ ਪੇਪਰ ਲੈਣ ਕਿ ਸਾਨੂੰ ਇਸ ਮਾਮਲੇ 'ਚ ਜਾਣਕਾਰੀ ਦਿਓ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਰਕਾਰ ਇਨਫੋਰਮੇਸ਼ਨ ਦਿੰਦੀ ਕਿ ਨਹੀਂ ਦਿੰਦੀ ਇਸ ਗੱਲ ਦਾ ਵੀ ਪਤਾ ਨਹੀਂ, ਕਿਉਂਕਿ ਜਾਂਚ ਚੱਲ ਰਹੀ ਹੈ ਜੀ। ਹੁਣ ਜਿਹੜੇ ਵਿਅਕਤੀ ਫੜੇ ਹੋਏ ਨੇ, ਜਿਹੜੇ ਮੁਕਾਬਲੇ 'ਚ ਮਾਰ ਦਿੱਤੇ ਗਏ ਨੇ, ਉਹ ਗੋਲੀਆਂ ਚਲਾਉਣ ਵਾਲੇ ਸੀ ਜਾਂ ਪਿੱਛੇ ਕੌਣ ਸੀ, ਇਹ ਸਾਰਾ ਖੁਫੀਆ ਤੰਤਰ ਦੇ ਕੋਲ ਇਸ ਦੀ ਜਾਣਕਾਰੀ ਹੋਵੇਗੀ। ਪਰ ਸਾਹਿਬ ਬਲਕੌਰ ਸਿੰਘ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਕਾਲੇ ਪੈ ਰਹੇ ਨੇ। ਉਹਨਾਂ ਦੀ ਭਾਵਨਾ ਨੂੰ ਮੈਂ ਸਮਝਦਾ, ਪਰ ਇਸ ਕੰਮ ਨੂੰ ਸਮਾਂ ਲੱਗੇਗਾ। ਜਾਂ ਤੇ ਉਹ ਇਸ ਖਾਤੇ ਬਣਾਉਣ ਨਾਲ ਸੋਸ਼ਲ ਮੀਡੀਆ ਨਾਲ ਕੁਝ ਨਹੀਂ ਹੋਣਾ, ਫਾਲੋਅਰ ਹੋ ਜਾਣਗੇ। ਫਾਲੋਅਰ ਤੇ ਸਿੱਧੂ ਮੂਸੇਵਾਲੇ ਦੇ ਬਹੁਤ ਸੀ। ਜੇ ਅਸੀਂ ਇਹੋ ਗੱਲ ਕਰ ਰਹੀਏ, ਇੱਕ ਸੋਸ਼ਲ ਮੀਡੀਆ ਤੇ ਤੁਹਾਨੂੰ ਸੁਣਨ ਵਾਲੇ, ਵੇਖਣ ਵਾਲੇ, ਤੁਹਾਨੂੰ ਫੋਲੋ ਕਰਨ ਵਾਲੇ ਹੋਣਗੇ ਬਹੁਤ, ਤੁਹਾਨੂੰ ਸਬਸਕ੍ਰਾਈਬ ਕਰਨ ਵਾਲੇ, ਪਰ ਅਲਟੀਮੇਟਲੀ ਜਿਹੜੇ ਔਨ ਗਰਾਊਂਡ ਨੰਬਰ ਜਿਹੜੇ ਹੁੰਦੇ ਨੇ ਉਹ ਕੁਝ ਹੋਰ ਹੁੰਦੇ ਨੇ। ਇਹ ਸਾਨੂੰ ਮਾਨਸੇ ਦੀ ਇਲੈਕਸ਼ਨ ਦੇ ਵਿੱਚ ਸਾਬਤ ਹੋ ਚੁੱਕਾ ਹੈ। ਸਿੱਧੂ ਮੂਸੇਵਾਲੇ ਦੇ ਫੈਨ ਬਹੁਤ ਸੀ, ਲੇਕਿਨ ਉਸ ਦੀ ਵੱਡੀ ਹਾਰ ਹੋਈ ਸੀ ਵੋਟਾਂ ਦੇ ਵਿੱਚ। ਉਸਦੇ ਹੋਰ ਵੀ ਕਈ ਕਾਰਨ ਹੋਣਗੇ।
ਮੈਂ ਸਮਝਦਾ ਕਿ ਉਹਨਾਂ ਨੂੰ ਔਨ ਗਰਾਊਂਡ ਰਹਿ ਕੇ ਹੀ ਲੋਕਾਂ ਨਾਲ ਮਿਲ ਜੁਲ ਕੇ ਫਿਰ ਗੱਲਬਾਤ ਕਰਨੀ ਚਾਹੀਦੀ ਹੈ। ਹਾਂ, ਉਹ ਇਸ ਤਰੀਕੇ ਦਾ ਮਿਸ਼ਨ ਲੈ ਆਉਣ ਕਿ ਸਿੱਧੂ ਮੂਸੇਵਾਲਾ ਚਲੋ ਮੇਰਾ ਪੁੱਤਰ ਤੇ ਰਿਹਾ ਨਹੀਂ, ਤੇ ਮੈਂ ਪੰਜਾਬ ਦੇ ਵਿੱਚ ਕੋਈ ਹੋਰ ਪੁੱਤਰ ਨਾਲ ਕਿਸੇ ਮਾਪਿਆਂ ਨਾਲ ਅਜਿਹੀ ਨਾ ਹੋਵੇ, ਮੈਂ ਉਹਦੇ ਵਾਸਤੇ ਫਾਈਟ ਕਰਨੀ ਚਾਹੁੰਦਾ। ਜੀ ਇਸ ਤਰ੍ਹਾਂ ਦਾ ਕੋਈ ਜਿਹੜਾ ਉਹ ਲੈ ਕੇ ਆਉਣ, ਮੈਂ ਸਮਝਦਾ ਕਿ ਪ੍ਰਮਾਤਮਾ ਉਹਨਾਂ ਨੂੰ ਹੋਰ ਤਾਕਤ ਦੇਵੇ, ਲੰਬੀ ਉਮਰ ਦੇਵੇ, ਤਾਂ ਕਿ ਇਸ ਤਰ੍ਹਾਂ ਦਾ ਕੋਈ ਰਹਿਨੁਮਾਈ ਸਾਡੇ ਨੌਜਵਾਨਾਂ ਦੀ, ਸਾਡੇ ਲੋਕਾਂ ਦੀ ਕਰ ਸਕਣ। ਪਰ ਸੋਸ਼ਲ ਮੀਡੀਆ ਤੇ ਖਾਤੇ ਬਣਾਉਣ ਨਾਲ ਤੇ ਇੰਨੀ ਜਲਦੀ ਹਫ਼ਤੇ ਦੇ ਵਿੱਚ ਇਨਸਾਫ ਮੰਗਣ ਨਾਲ ਮੈਂ ਸਮਝਦਾ ਕਿ ਇਹ ਕੁਝ ਨਹੀਂ ਹੱਲ ਹੋਣ ਵਾਲਾ। ਜੀ, ਖੈਰ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ, ਦਰਸ਼ਕਾਂ ਕੋਲ ਲੈਂਦੇ ਹਾਂ ਵਿਦਾ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕੱਲ੍ਹ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਅਸੀਂ ਹਾਜ਼ਰੀ ਭਰਾਂਗੇ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।